Hi everyone, I'm going to react on a show Dil Diya Galla और इस शो पे हैं सोनम बाजवा and guest हैं Karan Aujla. So let's watch the show together. दिल दिया गल्ला दिल च रजानियां दिल तो जुबान तक ले आवांगे। Super. Welcome to my show Dil Diyan Gallan with Sonam Bajwa. ਅੱਜ ਮੈਂ ਤੁਹਾਨੂੰ ਜਿਸ ਸੈਲੀਬ੍ਰਿਟੀ ਨਾਲ ਮਿਲਾਉਣ ਜਾ ਰਹੀ ਹਾਂ ਉਹ ਬਹੁਤ ਛੋਟੀ ਉਮਰ 'ਚ ਹੀ ਮਿਊਜ਼ਿਕ ਇੰਡਸਟਰੀ 'ਚ ਐਂਟਰ ਕਰਕੇ ਬਹੁਤ ਵੱਡਾ ਮੁਕਾਮ ਹਾਸਲ ਕਰ ਚੁੱਕੇ ਨੇ। ਹਰ ਇੱਕ ਦੀ ਜ਼ੁਬਾਨ ਤੇ ਹੁਣ ਇਹਨਾਂ ਦੇ ਗਾਣਿਆਂ ਦੇ ਬੋਲਨੇ ਤੇ ਇਹਨਾਂ ਦਾ ਹਰ ਇੱਕ ਗਾਣਾ ਸੁਣ ਕੇ ਮੂੰਹੋਂ ਆਹੀ ਨਿਕਲਦਾ ਆ क्या बात है जट्टा क्या बात है। So please welcome the youth icon Karan Aujla. Karan बहुत बहुत स्वागत है on दिल दियां गल्लां. Please have a seat. Thank you so much. First of all, I want to congratulate you कि कोई ब्याह होवे, शादी होवे, if there is a party या कोई भी function होवे, सारे थोड़े गाने सुनते हैं. How does it feel to get so much of love, इन्ना प्यार, इन्नी support, ते ये expect कीता सीगा तुसी कदे कि इन्ना कुछ होगा? Expect ਤਾਂ ਕਦੇ ਨਹੀਂ ਸੀ ਕੀਤਾ ਜੀ, ਪਰ ਮਿਹਨਤ ਬਹੁਤ ਜਾਰੀ ਸੀਗੀ, ਪਰ ਕਦੇ ਇਦਾਂ ਨਹੀਂ ਸੀ ਲੱਗਦਾ ਵੀ ਜਿੱਦਾਂ ਅੱਜ ਵੀ ਤੁਹਾਡੇ ਨਾਲ ਵੀ ਬੈਠੇ ਆ ਵੀ ਇੱਥੇ ਆਉਣ ਦਾ ਵੀ ਮੌਕਾ ਮਿਲੂਗਾ ਜਾਂ ਕੁਝ ਵੀ ਕਰਨ ਦਾ, ਹਨਾ। ਬਟ ਬਸ ਰੱਬ ਨੇ ਕਿਰਪਾ ਕੀਤੀ ਹੈ ਜੀ, ਵਧੀਆ ਨਿਭਾਈ ਜਾਂਦੇ ਆ ਨਾ ਜਿਹੜੀ ਡਿਊਟੀ ਲਈ ਹੈ, ਵਧੀਆ ਲੱਗਦਾ ਬਸ। ਸੋ ਪਹਿਲੀ ਵਾਰੀ ਕਦੋਂ ਡਿਸਕਵਰ ਕੀਤਾ ਕਿ ਵੀ ਮੈਂ ਲਿਖ ਸਕਦਾ ਆ, ਮੈਨੂੰ ਲਿਖਣਾ ਚਾਹੀਦਾ ਆ? ਜਦੋਂ ਮੈਂ ਪਹਿਲੀ ਵਾਰੀ, ਮੈਨੂੰ ਹਲੇ ਵੀ ਯਾਦ ਆ, ਮੈਂ ਟਿਊਸ਼ਨ ਜਾਂਦਾ ਹੁੰਦਾ ਸੀਗਾ ਪਿੰਡ, ਤੇ ਉੱਥੇ ਜਿਹੜਾ ਮੇਰਾ ਟਿਊਟਰ ਹੁੰਦਾ ਸੀ ਜਿਹੜਾ ਮੈਂ ਟੀਚ ਕਰਦਾ ਹੁੰਦਾ ਸੀ, ਮੈਂ ਕਈ ਵਾਰੀ ਉੱਦਾਂ ਹੀ ਜਾਣਾ ਤੇ ਮੈਂ ਜਿਹੜੇ ਉਦੋਂ ਘਰੇ ਸਾਡੇ ਇੰਟਰਨੈਟ ਲੱਗਿਆ ਹੁੰਦਾ ਸੀ, ਜ਼ਿਆਦਾ ਇੰਟਰਨੈਟ ਹੁੰਦੇ ਨਹੀਂ ਸੀ, ਤੇ ਕਈ ਲੋਕ ਉੱਦਾਂ ਹੀ ਗਾਣੇ ਪਾਉਂਦੇ ਸੀ, ਮੈਂ ਉਹੀ ਲਿਖ ਕੇ ਲੈ ਜਾਣਾ ਵੀ ਮੈਂ ਲਿਖਿਆ, ਤੇ ਜਾ ਕੇ ਮਾੜਾ ਮੋਟਾ ਝੂਠ ਬੋਲ ਦੇਣਾ। ਤੇ ਇੱਕ ਦਿਨ ਮੈਂ ਫੜਿਆ ਗਿਆ ਉੱਥੇ, ਕਹਿੰਦਾ ਯਾਰ ਆਹ ਗਾਣਾ ਤਾਂ ਮੈਂ ਸੁਣਿਆ ਵੀ ਉਹੀ ਛੱਡੀ ਜਾਂਦਾ, ਮੇਰੀ ਬਹੁਤ ਬੇਇੱਜ਼ਤੀ ਉੱਧਰ। ਫਿਰ ਉੱਧਰ ਮੈਂ ਲਾਲਾ ਸਾਹਿਬ, ਮੈਂ ਕਿਹਾ ਵੀ ਟਰਾਈ ਕਰ ਲੈਂਦੇ ਲਿਖਣ ਦੀ, ਤੇ ਉਸ ਤੋਂ ਬਾਅਦ ਮੈਂ ਇੱਕ ਦੋ ਗਾਣੇ ਲਿਖੇ, ਤੇ ਪਹਿਲਾਂ ਮੈਂ ਦੱਸੀ ਜਾਂਦਾ ਹੁੰਦਾ ਸੀਗਾ ਨਾਲ ਦੇ ਫਰੈਂਡ ਨੂੰ ਮੈਂ ਲਿਖਿਆ, ਕੋਈ ਮੰਨਦਾ ਤਾਂ ਹੁੰਦਾ ਨਹੀਂ ਸੀਗਾ। ਫਿਰ ਪਹਿਲੀ ਵਾਰੀ ਗਾਣਾ ਦਿੱਤਾ ਸੀਗਾ ਜੱਸੀ ਬਾਈ ਨੂੰ, ਉਦੋਂ ਪਤਾ ਲੱਗਿਆ ਸੀ ਵੀ ਸਹੀ ਲਿਖ ਲੈਂਦਾ, ਕਰਨਾ ਚਾਹੀਦਾ ਅੱਗੇ। आई थिंक थोड़ी फैमिली च कोई भी नहीं है जो इंडस्ट्री च हैगा आ, सो ये रुझान किद्दां आया कि भी सिंगिंग वाल, लिखण वाल? ਮੇਰੀ ਨਾ ਇੱਕ ਆਦਤ ਹੁੰਦੀ ਸੀਗੀ, ਮੇਰਾ ਜ਼ਿਆਦਾ, ਹੁਣ ਤਾਂ ਮੈਂ ਫਿਰ ਥੋੜਾ ਬਹੁਤ ਬੋਲਣ ਲੱਗਾ, ਮੈਂ ਜ਼ਿਆਦਾ ਬੋਲਦਾ ਨਹੀਂ ਸੀ ਹੁੰਦਾ, ਤੇ ਰੱਬ ਨੇ ਥੋੜੇ ਜਿਹੇ ਦਿਨ ਚਲੋ ਦਿਖਾਏ ਜੋ ਵੀ ਸੀਗਾ, ਤੇ ਉਦੋਂ ਮੈਂ ਕਿਸੇ ਕੋਲ ਬਹਿ ਕੇ ਆਪਣੀ ਫੀਲਿੰਗਸ ਜਿੱਦਾਂ ਐਕਸਪ੍ਰੈਸ ਨਹੀਂ ਸੀ ਕਰ ਸਕਦਾ ਹੁੰਦਾ, ਜਿੱਦਾਂ ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਵੀ ਜਾਂ ਤਾਂ ਮੈਂ ਜਵਾਕ ਬਹੁਤ ਸੀਗਾ, ਕੋਈ ਸੁਣਦਾ ਵੀ ਨਹੀਂ ਸੀ, ਬੜਾ ਸੀਰੀਅਸ ਵੀ ਨਹੀਂ ਸੀ ਲੈਂਦਾ ਹੁੰਦਾ, ਤੇ ਉਦੋਂ ਬਸ ਪੇਪਰ ਹੀ ਲੱਭਿਆ ਜੀ, ਮੈਂ ਕਿਹਾ ਇੱਥੇ ਹੀ ਲਿਖਦੇ ਆ, ਫਿਰ ਆਪੇ ਪੜ੍ਹ ਕੇ ਖੁਸ਼ ਹੋ ਜਾਂਦੇ ਹੁੰਦੇ ਸੀਗੇ। ਤੇ ਬਟ ਜਦੋਂ ਤੁਸੀਂ ਛੋਟੇ ਸੀਗੇ, ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਆਪਣੇ ਇਮੋਸ਼ਨਸ ਲਿਖ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਸੀ, ਜੋ ਨਹੀਂ ਸੀ ਲਿਖਦੇ, ਕਰਨ ਉਦੋਂ ਕੀ ਕਰਦਾ ਹੁੰਦਾ ਸੀ? ਉਦੋਂ ਹੀ ਮੈਨੂੰ ਫੁੱਟਬਾਲ ਦਾ ਸ਼ੌਂਕ ਬਹੁਤ ਹੁੰਦਾ ਸੀਗਾ, ਸੌਕਰ ਖੇਡਦਾ ਹੁੰਦਾ ਸੀ ਮੈਂ, ਬਸ ਘਰੇ ਆਉਣਾ, ਪਿੰਡ ਚਲੇ ਜਾਣਾ ਆਪਣੇ ਗਰਾਊਂਡ 'ਚ, ਜਾਂ ਫਿਰ ਸਕੂਲੋਂ ਬਸ ਆ ਕੇ, ਤੁਹਾਨੂੰ ਪਤਾ 3-3:30 ਵਜੇ ਬੱਸ ਆਉਂਦੀ ਹੁੰਦੀ ਸੀਗੀ ਸਕੂਲ ਤੋਂ, ਤੇ ਮੰਮੀ ਹੋਣੀ ਮੂਹਰੇ ਖੜੇ ਹੁੰਦੇ ਸੀ, ਮੈਨੂੰ ਇਹ ਨਹੀਂ ਆਦਾ ਵੀ ਝੋਲਾ ਲਾਉਣਾ ਉਹਨਾਂ ਨੇ ਫੜ ਲੈਣਾ, ਬਸ ਉਹ ਜਿਹੜਾ ਬੱਸ ਤੋਂ ਘਰ ਤੱਕ ਦਾ ਰਾਹ ਮੈਨੂੰ ਕਦੇ ਨਹੀਂ ਭੁੱਲਦਾ ਹੈਗਾ, ਵਧੀਆ ਸੀਗਾ ਟਾਈਮ ਉਦੋਂ। ਬਸ ਘਰੇ ਆਉਣਾ, ਘਰੇ ਆ ਕੇ ਸਕੂਲ ਦਾ ਕੰਮ ਕਰ ਲੈਣਾ ਮਾੜਾ ਮੋਟਾ ਜਿੰਨਾ ਹੁੰਦਾ ਸੀਗਾ, ਫਿਰ ਗਰਾਊਂਡ ਚਲੇ ਜਾਣਾ ਫੁੱਟਬਾਲ ਖੇਡਣ, ਬਸ ਇਦਾਂ ਹੀ ਸੀਗੀ ਲਾਈਫ। ਫਿਰ ਤੁਸੀਂ ਕੈਨੇਡਾ ਚਲੇ ਗਏ? ਮੈਂ ਕੈਨੇਡਾ ਮੂਵ ਹੋ ਗਿਆ ਸੀ, ਹਾਂਜੀ। ਸੋ ਪਿੰਡ ਤੋਂ ਕੈਨੇਡਾ ਜਾਣਾ, ਲਾਈਫ ਕਿੰਨੀ ਕੁ ਚੇਂਜ ਹੋਈ, ਤੁਸੀਂ ਕਿੰਨਾ ਕੁ ਚੇਂਜ ਹੋਏ? ਲਾਈਫ ਤਾਂ ਬਹੁਤ ਜ਼ਿਆਦਾ ਚੇਂਜ ਹੋਈ ਜਿਹਨੂੰ ਆਪਾਂ ਕਹਿ ਸਕਦੇ ਹਾਂ। ਮੈਨੂੰ ਪਤਾ ਨਹੀਂ ਵੀ ਮੈਂ ਕਿੱਥੇ ਹੋਣਾ ਸੀ ਅੱਜ ਜੇ ਮੈਂ ਇੱਥੇ ਹੁੰਦਾ। ਮੈਂ ਇਹ ਨਹੀਂ ਕਹਿੰਦਾ ਵੀ ਆਪਣਾ ਦੇਸ਼ ਮਾੜਾ ਜਾਂ ਮੈਂ ਇੱਥੇ ਗਲਤ ਥਾਂ 'ਤੇ ਪੈਦਾ ਹੋਇਆ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਮੈਂ ਕੈਨੇਡਾ ਗਿਆ ਮੈਨੂੰ ਓਪਰਚੁਨਿਟੀਜ਼ ਬਹੁਤ ਮਿਲੀਆਂ ਉੱਥੇ ਜਾ ਕੇ, ਬਿਕਾਜ਼ ਇੰਡੀਪੈਂਡੈਂਟ ਹੋ ਗਿਆ ਸੀ ਮੈਂ ਉੱਥੇ ਜਾ ਕੇ, ਹੈ ਨਾ। ਅੱਛਾ ਕਰਨ, ਤੁਸੀਂ ਕੈਨੇਡਾ ਜਦੋਂ ਮੂਵ ਹੋਏ, ਸਿੰਸ ਯੂ ਵਰ ਐਨ ਇੰਟਰੋਵਰਟ, ਤੇ ਕਦੇ ਔਖਾ ਲੱਗਿਆ ਉੱਥੇ ਜਾ ਕੇ ਪਿੰਡ ਤੋਂ ਲਾਈਕ ਦੂਜੀ ਕੰਟਰੀ 'ਚ ਜਾਣਾ, ਉੱਥੇ ਫਰੈਂਡਸ ਬਣਾਉਣਾ? ਵਾਜ਼ ਇਟ ਟਫ ਫॉर ਯੂ? ਇਟ ਵਾਜ਼ ਐਕਚੁਅਲੀ ਵੈਰੀ ਟਫ। ਜਦੋਂ ਗਿਆ ਐਕਚੁਅਲੀ ਮੈਂ ਥੋੜਾ ਲੱਕੀ ਰਹਿ ਗਿਆ ਸੀ। ਵਨ ਆਈ ਵੈਂਟ ਟੂ ਕੈਨੇਡਾ, ਓਬਵੀਅਸਲੀ ਜਾਂਦੀ ਸਰ ਸਕੂਲ ਲੱਗਣਾ ਸੀਗਾ, ਮੈਂ ਗ੍ਰੇਡ 11 ਦੇ ਵਿੱਚ, ਤੇ ਉਦੋਂ ਉੱਥੇ ਸਟ੍ਰਾਈਕ ਸੀਗੀ ਸਕੂਲਾਂ 'ਚ। ਅੱਛਾ। ਤੇ 3-4 ਮਹੀਨੇ ਲਈ ਮੈਨੂੰ ਸਕੂਲ ਹੀ ਜਾਣਾ ਪਿਆ, ਸੋ ਆਈ ਵਾਜ਼ ਹੈਵਿੰਗ ਫਨ। ਤੇ ਜਦੋਂ ਮੈਨੂੰ ਸਪਟੈਂਬਰ 'ਚ ਸਕੂਲ ਜਾਣਾ ਪਿਆ ਤਾਂ ਮੈਨੂੰ ਉਦੋਂ ਪਤਾ ਲੱਗਿਆ ਵੀ ਹੁਣ ਆਇਆ ਕੈਨੇਡਾ। ਅੱਛਾ। ਹੁਣ ਪਤਾ ਲੱਗੂ ਕਿ ਕਲਾਸਿਸ 'ਚ ਜਿੱਥੇ ਮੈਂ ਸੀਗਾ ਬਰਨ ਵੀ ਉੱਥੇ ਜ਼ਿਆਦਾ ਆਪਣੇ ਜਿਹੜਾ ਪੰਜਾਬੀ ਕਮਿਊਨਿਟੀ ਬਹੁਤ ਘੱਟ ਸੀਗੀ, ਤੇ ਸਾਰੇ ਜਿੱਦਾਂ ਗੋਰੇ ਵਗੈਰਾ ਸੀਗੇ, ਤੇ ਉਹਨਾਂ ਨੂੰ ਜਦੋਂ ਮਿਲਣਾ ਸੀਗਾ ਮੈਂ
ਤੇ ਆਬਵੀਅਸਲੀ ਬੋਲਣ 'ਚ ਥੋੜਾ ਜਿਹਾ ਸੰਗਦੇ ਹੁੰਦੇ ਸੀ ਵੀ ਇੰਗਲਿਸ਼ ਹੁਣ ਕਿੱਥੇ ਬੋਲਾਂਗੇ ਹਨਾ, ਪਰ ਮੈਨੂੰ ਕਿਸੇ ਨੇ ਤਾਂ ਬੈਡ ਨਹੀਂ ਫੀਲ ਹੋਣ ਦਿੱਤਾ ਉੱਥੇ ਵੀ ਤੈਨੂੰ ਨਹੀਂ ਆਉਂਦੀ ਜਾਂ ਕੁਝ ਵੀ। ਪਰ ਹੌਲੀ ਹੌਲੀ ਮੈਂ ਯੂਜ਼ ਟੂ ਹੋ ਗਿਆ ਤੇ ਨਵੇਂ ਨਵੇਂ ਲੋਕਾਂ ਨੂੰ ਜਦੋਂ ਮਿਲਦੇ ਰਹੇ ਫਿਰ ਵਧੀਆ ਹੋ ਗਿਆ, ਆਪਣੇ ਆਪ ਹੀ ਜਿੱਦਾਂ ਹੋ ਗਿਆ ਸੀਗਾ, ਪਤਾ ਨਹੀਂ ਲੱਗਿਆ ਕਦੋਂ ਆ ਗਈ ਅੰਗਰੇਜ਼ੀ। ਓਕੇ, ਵਧੀਆ ਲੱਗੇ। ਤੇ ਇੰਨੀ ਯੰਗ ਏਜ 'ਚ ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਤੁਸੀਂ ਰਿਸਪੌਂਸਿਬਲ ਵੀ ਹੋਰ ਜ਼ਿਆਦਾ ਹੁੰਨੇ ਜਾਂਦੇ ਹੋ ਆਪਣੀ ਲਾਈਫ ਵੱਲ, ਕੰਮ ਵੱਲ, ਜ਼ਿੰਮੇਵਾਰੀ ਵੀ ਵੱਧਦੀ ਜਾਂਦੀ ਹੈ ਨਾ। ਤੇ ਕਦੇ ਤੁਹਾਡੀ ਫੈਮਿਲੀ ਨੂੰ ਇਦਾਂ ਲੱਗਿਆ ਕਿ ਇਹ ਤਾਂ ਬਹੁਤ ਸੀਰੀਅਸ ਹੋ ਗਿਆ ਹੁਣ, ਲੱਗਦਾ ਸੀਗਾ ਉਹਨਾਂ ਨੂੰ ਇਦਾਂ ਵੀ ਲੱਗਦਾ ਸੀਗਾ ਤੇ ਮੇਰੇ ਸਿਸਟਰਸ ਹੀ ਸੀਗੀਆਂ ਦੋਨੇ, ਤੇ ਉਹਨਾਂ ਨੂੰ ਡਰ ਵੀ ਲੱਗਦਾ ਹੁੰਦਾ ਸੀ ਕਿਤੇ ਨਾ ਕਿਤੇ ਵੀ ਮੁੰਡਾ ਵਿਗੜ ਨਾ ਜਾਵੇ ਹਨਾ, ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ, ਮੈਂ ਇਕੱਲਾ ਹੀ ਘਰੋਂ ਬਿਨਾਂ ਸਿੱਖਦੇ ਇੱਥੇ ਚਲੇ ਗਿਆ, ਮਾੜੇ ਮੋਟੇ ਪੈਸੇ ਜੋੜੇ ਤਾਂ ਟੋਰਾਂਟੋ ਚਲੇ ਗਿਆ। ਏਦਾਂ ਹੀ ਮੈਂ ਥੋੜੀ ਜਿਹੀ ਗੋਸਟ ਰਾਈਟਿੰਗ ਵੀ ਕੀਤੀ ਹੈ ਥੋੜਾ ਟਾਈਮ, ਜਿੱਦਾਂ ਗਾਣੇ ਲਿਖ ਕੇ ਦੇ ਦੇਣੇ, ਆਪਦਾ ਨਾਮ ਨਹੀਂ ਪਾਉਣਾ, ਸਿਰਫ ਪੈਸੇ ਕਮਾਉਣ ਲਈ ਥੋੜੇ ਬਹੁਤੇ, ਇਦਾਂ ਦਾ ਕੁਝ ਵੀ ਕੀਤਾ। ਤੇ ਉਦੋਂ ਮੈਂ ਉਹਨਾਂ ਨੂੰ ਕਹਿੰਦਾ ਰਹਿੰਦਾ ਹੁੰਦਾ ਸੀ ਵੀ ਮੈਂ ਸਟੂਡੀਓ ਚੱਲਿਆ ਜੀ, ਮੈਂ ਟੋਰਾਂਟੋ ਚੱਲਿਆ ਗਾਣੇ ਬਣਾਉਣ, ਤੇ ਉਹਨਾਂ ਨੇ ਕਹਿਣਾ ਵੀ ਪਤਾ ਨਹੀਂ ਤਾਂ ਪਾਗਲ ਬਣਾ ਰਿਹਾ ਇਹ ਵੀ। ਤੇ ਮੈਨੂੰ ਇੱਕ ਦਿਨ ਮੇਰੀ ਭੈਣ ਨੇ ਦੱਸਿਆ, ਕਹਿੰਦੀ ਗਾਣੇ ਤਾਂ ਤੂੰ ਬਹੁਤ ਰਿਕਾਰਡ ਕਰਤੇ, ਵੀ ਕੋਈ ਆਇਆ ਤਾਂ ਹੈ ਨਹੀਂ ਵੀ ਕੀ ਚੱਲ ਰਿਹਾ ਹੈ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕੋਈ ਨਹੀਂ ਹੌਲੀ ਹੌਲੀ ਆ ਜਾਣਗੇ। ਉਦੋਂ ਮੈਨੂੰ ਵੀ ਨਹੀਂ ਸੀ ਪਤਾ ਵੀ ਆਉਣਗੇ ਜਾਂ ਨਹੀਂ, ਉਦੋਂ ਸਿਰਫ ਇੱਕ ਘਰ ਚੋਂ ਨਿਕਲਣ ਦਾ ਬਹਾਨਾ ਹੁੰਦਾ ਸੀਗਾ। ਤੇ ਮੈਂ ਥੋੜਾ ਜਿਹਾ ਜ਼ਿਆਦਾ ਔਡ ਫੀਲ ਕਰਦਾ ਹੁੰਦਾ ਸੀ, ਬਿਕਾਜ਼ ਮੈਂ ਸ਼ੁਰੂ ਤੋਂ ਇਕੱਲਾ ਰਿਹਾ ਸੀਗਾ ਇੱਥੇ, ਮੈਂ 3-4 ਸਾਲ ਇਕੱਲਾ ਸੀਗਾ ਇੰਡੀਆ ਦੇ ਵਿੱਚ ਆਪਣੇ ਚਾਚਾ ਚਾਚੀ ਦੇ ਨਾਲ ਹਨਾ, ਉਹਨਾਂ ਨੇ ਮੇਰੀ ਬਹੁਤ ਟੇਕ ਕੇਅਰ ਕੀਤੀ। ਤੇ ਜਦੋਂ ਮੈਂ ਗਿਆ ਇੱਥੋਂ ਤਾਂ ਉਦੋਂ ਮੈਨੂੰ ਘਰੇ ਰਹਿਣ ਦਾ ਬਹੁਤ ਔਖਾ ਲੱਗਦਾ ਸੀ, ਸਪੈਸ਼ਲੀ ਆਪਣੀ ਸਿਸਟਰਸ ਦੇ ਘਰੇ ਹਨਾ, ਤੁਹਾਨੂੰ ਪਤਾ ਹੀ ਹੈ ਕਿੱਦਾਂ ਹੋ ਜਾਂਦਾ। ਤੇ ਉਦੋਂ ਜਦੋਂ ਮੈਂ ਰਹਿੰਦਾ ਮੈਨੂੰ ਇੱਦਾਂ ਹੁੰਦਾ ਸੀ ਵੀ ਯਾਰ ਕਾਸ਼ ਆਪਣਾ ਹੋਵੇ ਰਹਿਣ ਨੂੰ ਕੁਛ, ਪਰ ਹੌਲੀ ਹੌਲੀ ਕਰਾਂਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਰਾ ਕੁਛ ਅੱਜ। ਤੇ ਆਸ਼ਾ ਕਰਨ, ਜਦੋਂ ਤੁਸੀਂ ਉੱਥੇ ਮੂਵ ਹੋ ਗਏ, ਕੰਮ ਕਰ ਰਹੇ ਸੀ ਐਂਡ ਯੂ ਲੋਸਟ ਯੂਰ ਪੇਰੈਂਟਸ ਐਟ ਅ ਵੈਰੀ ਯੰਗ ਏਜ, ਤਾਂ ਤੁਹਾਨੂੰ ਲੱਗਦਾ ਸੀਗਾ ਕਿ ਰਾਈਟਿੰਗ ਜਿਹੜੀ ਹੈਗੀ ਹੈ ਇਟਸ ਕਾਈਂਡ ਆਫ ਐਨ ਐਸਕੇਪ ਟੂ ਵਾਟ ਯੂ ਵਰ ਫੀਲਿੰਗ? ਰਾਈਟਿੰਗ ਨੇ ਕਿੱਦਾਂ ਹੈਲਪ ਕੀਤਾ ਤੁਹਾਨੂੰ to come out of that phase? It was actually kind of a meditation, because ਉਹੀ ਗੱਲ ਆ ਗਈ ਵੀ ਮੈਂ ਐਕਸਪ੍ਰੈਸ ਤਾਂ ਕਿਸੇ ਨਾਲ ਕਰ ਨਹੀਂ ਸਕਦਾ ਹੁੰਦਾ ਵੀ ਲਾਈਕ ਦਿਸ ਇਜ਼ ਹਾਊ ਆਈ ਫੀਲ, ਜਾਂ ਮੈਨੂੰ ਯਾਦ ਆ ਰਹੀ ਹੈ ਮੰਮੀ ਡੈਡੀ ਦੀ ਜੋ ਵੀ ਹੈ ਨਾ, ਪਰ ਉਹੀ ਹੁੰਦਾ ਸੀਗਾ ਵੀ ਬਹਿ ਕੇ ਬਸ ਲਿਖ ਲਓ, ਫਿਰ ਉਹਨੂੰ ਪੜ੍ਹ ਲਓ, ਫਿਰ ਕਹਿਣਾ ਵੀ ਚੱਲ ਵਧੀਆ ਲਿਖਿਆ ਗਿਆ। ਥੋੜਾ ਜਿਹਾ ਗੁੱਡ ਫੀਲ ਹੋ ਜਾਂਦਾ ਸੀਗਾ ਪੜ੍ਹ ਕੇ, ਇੱਕ ਦੋ ਜਣਿਆਂ ਨੂੰ ਸੁਣਾ ਦੇਣਾ, ਬਸ ਇਹੀ ਸੀਗਾ। ਪਰ ਮੈਂ ਕਦੇ ਆਪਣੇ ਘਰਦਿਆਂ ਨੂੰ ਜਾਂ ਭੈਣ ਉਹਨਾਂ ਨੂੰ ਹੀ ਸੁਣਾਇਆ। ਮੈਨੂੰ ਹਲੇ ਵੀ ਮੈਂ ਇੱਕ ਗਾਣਾ ਸੁਣਾਇਆ ਸੀ, ਮੈਂ ਹੁਣ ਭੁੱਲ ਗਿਆ, ਮੇਰੇ ਯਾਦ ਨਹੀਂ ਹੈਗਾ, ਮਾਂ ਤੇ ਲਿਖਿਆ ਸੀਗਾ, ਮੁੜ ਕੇ ਆ ਜਾ ਮੇਰੇ ਕੋਲ ਜਾਂ ਮੈਨੂੰ ਕੋਲ ਬੁਲਾ ਲੈ ਮਾਂ, ਬਹੁਤ ਛੋਟੇ ਨੇ ਲਿਖਿਆ ਸੀ। ਤੇ ਮੇਰੀ ਸਿਸਟਰ ਰੋਣ ਲੱਗ ਗਈ, ਤੇ ਜਦੋਂ ਕੋਈ ਰੋਂਦਾ ਨਾ ਮੇਰੀ ਫੈਮਿਲੀ 'ਚ ਮੈਨੂੰ ਵਧੀਆ ਨਹੀਂ ਲੱਗਦਾ, ਆਈ ਬਿਨ ਥਰੂ ਦਾ ਫੇਸ। ਉਹ ਤੋਂ ਬਾਅਦ ਮੈਂ ਉਹਨੂੰ ਗਾਣੇ ਸੁਣਾਉਣੇ ਬੰਦ ਕਰਤੇ, ਮੈਂ ਕਿਹਾ ਮੈਂ ਤੁਹਾਨੂੰ ਨਹੀਂ ਸੁਣਾਉਣੇ ਕਿ ਗਾਣੇ। ਤੇ ਫਿਰ ਉਹ ਤੋਂ ਬਾਅਦ ਹਾਂਜੀ ਇੱਦਾਂ ਹੀ ਸੀਗਾ, ਥੋੜਾ ਜਿਹਾ ਇਹੀ ਸੀਗਾ ਐਕਸਪ੍ਰੈਸ ਫੀਲਿੰਗ ਦੇ ਉੱਤੇ, ਮੈਡੀਟੇਸ਼ਨ ਵਾਂਗੂ ਹੀ ਸੀਗਾ ਥੋੜਾ ਜਿਹਾ। ਓਕੇ, ਫਾਦਰ ਸਾਹਿਬ ਦੀ ਕਿਹੜੀ ਮੈਮਰੀਜ਼ ਹੈਗੀਆਂ ਨੇ ਹਲੇ ਵੀ, ਬਿਕਾਜ਼ ਯੂ ਵੈਰੀ ਯੰਗ, ਤੇ ਉਹ ਕੋਈ ਮੈਮਰੀ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਵਿਚ ਇਜ਼ ਵੈਰੀ ਲਾਈਕ ਕਲੋਜ਼ ਟੂ ਯੂਰ ਹਾਰਟ? ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਜੀ 9 ਦਸੰਬਰ 2006 ਦੇ ਵਿੱਚ, ਤੇ ਉਦੋਂ ਮੈਂ ਸੀਗਾ 9 ਸਾਲ ਦਾ। ਮੈਮਰੀਜ਼ ਇਹ ਸੀਗੀਆਂ, ਮੇਰਾ ਡੈਡੀ ਕੰਮ ਕਰਦਾ ਹੁੰਦਾ ਸੀ ਸਾਡੇ ਲਾਗੇ ਦੇ ਪਿੰਡ ਇਸੜੂ, ਕਸਬਾ ਛੋਟਾ ਜਿਹਾ, ਉੱਥੇ ਸੁਸਾਇਟੀ 'ਚ ਕੰਮ ਕਰਦੇ ਹੁੰਦੇ ਸੀ ਫਾਦਰ ਸਾਹਿਬ ਮੇਰੇ। ਤੇ ਮੈਨੂੰ ਜਿੰਨਾ ਯਾਦ ਉਹਨੇ 5000 ਰੁਪਏ ਤਨਖਾਹ ਹੁੰਦੀ ਸੀ, ਤੇ ਪਰ ਮੈਨੂੰ ਇੰਨਾ ਯਾਦ ਵੀ ਉਹ 5000 ਸਾਰੇ ਪਰਿਵਾਰ ਨੂੰ ਖੁਸ਼ ਰੱਖ ਦਿੰਦੇ ਸੀ ਬਹੁਤ ਜ਼ਿਆਦਾ। ਤੇ ਮੈਨੂੰ ਇਹੀ ਟੂ ਬੀ ਆਨੈਸਟ, ਮੈਂ ਨਾ ਹੌਲੀ ਹੌਲੀ ਇੱਦਾਂ ਨਹੀਂ ਕਹੂੰਗਾ ਮੈਂ ਸ਼ਕਲ ਭੁੱਲਦਾ ਜਾਂਦਾ, ਪਰ ਜੋ ਵੀ ਵਾਰਤਾਲਾਪ ਸਾਡੀ ਹੁੰਦੀ ਸੀ ਮੋਸਟਲੀ ਮੈਨੂੰ ਯਾਦ ਤਾਂ ਹੈਗੀ ਹੈ, ਪਰ ਮੈਨੂੰ ਥੋੜ੍ਹਾ ਜਿਹਾ ਇੱਦਾਂ ਹੁੰਦਾ ਵੀ ਕਾਸ਼ ਮੈਂ ਥੋੜ੍ਹਾ ਜਿਹਾ ਹੋਰ ਟਾਈਮ ਗੁਜ਼ਾਰ ਸਕਦਾ ਉਹਨਾਂ ਦੇ ਨਾਲ, ਹੈ ਨਾ, ਬਿਕਾਜ਼ ਤੁਹਾਨੂੰ ਪਤਾ ਪਿਓ ਪੁੱਤ ਦਾ ਰਿਸ਼ਤਾ ਬਹੁਤ ਹੈ ਨਾ ਵਧੀਆ ਹੁੰਦਾ। ਹਾਂ ਦਿਲ ਦੀਆਂ ਗੱਲਾਂ, ਇਹੀ ਯਾਦ ਆ ਵੀ ਕਈ ਵਾਰੀ ਘਰੇ ਆਉਣਾ ਤੇ ਉਹਨਾਂ ਨੇ, ਮੈਂ ਕਹਿਣਾ ਵੀ ਮੈਂ ਮੋਟਰਸਾਈਕਲ ਚਲਾਉਣਾ, ਕਹਿੰਦਾ ਛੋਟਾ ਜਾਏਗਾ ਤੂੰ ਮੋਟਰਸਾਈਕਲ ਕਿੱਦਾਂ ਚਲਾਏਗਾ, ਤੇ ਉਹਨਾਂ ਨੇ ਮਸੀਂ ਫੜ ਫੁੜ ਕੇ ਇੱਦਾਂ ਕਰਨਾ, ਜਦੋਂ ਕੁਛ ਹੋਣਾ ਨਾ ਮੈਂ ਤਾਂ ਛੋਟੀ ਜਿਹੀ ਕੂਣੀ ਮਾਰਨੀ ਡੈਡੀ ਢਿੱਡ 'ਚ, ਮੈਨੂੰ ਉਹ ਬਹੁਤ ਯਾਦ ਆਉਂਦਾ ਹੁੰਦਾ ਵੀ ਵਿਚਾਰਾ ਢਿੱਡ 'ਚ ਕੂਣੀਆਂ ਗਾਣੀਆਂ ਖਾ ਲੈਂਦਾ ਹੁੰਦਾ ਸੀ ਯਾਰ। ਇਹੀ ਮੈਮਰੀਜ਼ ਨੇ, ਇੱਕ ਦੋ ਜ਼ਿਆਦਾ ਤਾਂ। ਉਸ ਟਾਈਮ 'ਚ ਕਦੇ ਤੁਸੀਂ ਆਪਣੇ ਪਾਪਾ ਨੂੰ ਕਿਹਾ ਸੀਗਾ ਕਿ ਮੇਬੀ ਮੈਂ ਲਿਖੂੰਗਾ ਜਾਂ ਗਾਊਂਗਾ, ਇਹ ਸ਼ੇਅਰ ਕੀਤਾ ਸੀ ਉਹਨਾਂ ਨੇ? ਇਹ ਤਾਂ ਨਹੀਂ ਸ਼ੇਅਰ ਕੀਤਾ ਸੀ, ਪਰ ਮੈਨੂੰ ਯਾਦ ਸੀ ਮੇਰੇ ਡੈਡੀ ਨੂੰ ਨਾ ਚਿੱਠੀਆਂ ਲਿਖਣ ਦਾ ਬਹੁਤ ਸ਼ੌਕ ਹੁੰਦਾ ਸੀਗਾ। ਸੋ ਕਈ ਵਾਰੀ ਜੇ ਉਹਨਾਂ ਨੇ ਕਿਤੇ ਬਾਹਰ ਜਾਣਾ ਜਾਂ ਕੁਛ ਵੀ ਹੋਣਾ, ਜਾਂ ਆਪਣੇ ਕਿਸੇ ਯਾਰ ਮਿੱਤਰ ਨੂੰ ਚਿੱਠੀ ਲਿਖਦੇ ਹੁੰਦੇ ਸੀਗੇ, ਉਹ ਬਹੁਤ ਵਧੀਆ ਚਿੱਠੀ ਲਿਖ ਦਿੰਦੇ ਸੀ, ਤੇ ਉਹ ਮੈਨੂੰ ਯਾਦ ਸੀ। ਮੈਂ ਉਹਨਾਂ ਨੂੰ ਕਿਹਾ ਤਾਂ ਨਹੀਂ ਸੀਗਾ ਕਦੇ ਲਿਖੂੰ, ਪਰ ਮੈਨੂੰ ਜਦੋਂ ਲਿਖਦੇ ਹੁੰਦੇ ਸੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਕੋਲ ਬੈਠੇ ਨੂੰ। ਓਕੇ, ਐਂਡ ਹਾਊ ਵਾਜ਼ ਯੂਰ ਰਿਲੇਸ਼ਨਸ਼ਿਪ ਵਿਦ ਯੂਰ ਮਮ? ਤੁਸੀਂ ਹੋਰ ਉਹਨਾਂ ਦੇ ਨਜ਼ਦੀਕ ਆਏ ਆਫਟਰ ਯੂਰ ਡੈਡ ਲੈਫਟ ਯੂ? ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ ਮਮ ਨਾਲ ਮੈਂ। ਉਹ ਤੋਂ ਬਾਅਦ ਸਿਰਫ 4-5 ਸਾਲ ਹੀ ਸੀਗੇ। 2011 'ਚ 13 ਅਪ੍ਰੈਲ ਨੂੰ ਮੇਰੀ ਮਮ ਦੀ ਡੈਥ ਹੋ ਗਈ ਸੀ ਡਿਊ ਟੂ ਕੈਂਸਰ। ਉਹਨਾਂ ਨੂੰ ਗਾਲ ਬਲੈਡਰ ਕੈਂਸਰ ਦਾ ਸੀਗਾ। ਉਹ ਜਿਹੜੇ 4 ਸਾਲ ਸੀਗੇ, ਮੈਨੂੰ ਤਾਂ ਯਾਦ ਆ ਮੇਰੀ ਮੰਮੀ ਰੋਂਦੀ ਰਹਿੰਦੀ ਹੁੰਦੀ ਸੀ ਕਾਫੀ, ਬਿਕਾਜ਼ ਉਹਨੂੰ ਯਕੀਨ ਨਹੀਂ ਸੀ ਹੁੰਦਾ ਜਿੱਦਾਂ ਵੀ ਆਹ ਕੀ ਹੋ ਗਿਆ ਹੈ ਨਾ, ਇਕੱਲੀ ਸੀਗੀ, ਭੈਣ ਹੋਣੀ ਬਾਹਰ ਚਲੇ ਗਏ ਸੀਗੇ, ਤੇ ਪਰ ਮੈਂ
ਸੱਚੀ ਮੰਮੀ ਅੱਜ ਇੱਥੇ ਹੈ ਨਹੀਂ ਗੀ, ਪਰ ਮੈਂ ਦੱਸ ਦਿੰਦਾ ਵੀ ਉਹਨੇ ਇਕੱਲੀ ਨੇ 2 ਭੈਣਾਂ ਦਾ ਵਿਆਹ ਕੀਤਾ ਬਾਹਰ, ਤੇ ਜੇ ਉਹ ਉੱਥੇ ਵਿਆਹ ਨਾ ਕਰਦੀ ਤਾਂ ਅੱਜ ਮੈਂ ਮੁਕਾਮ ਤੇ ਨਾ ਹੁੰਦਾ। ਸੋ ਆਈ ਨੋ ਦਾ ਫॉर श्योर ਹੈ ਨਾ ਵੀ ਜੋ ਵੀ ਉਹਨੇ ਕੀਤਾ ਇਕੱਲਿਆਂ ਨੇ ਕੀਤਾ ਉਸ ਟਾਈਮ ਤੇ, ਹੈ ਨਾ 2007-8 ਚ ਭੈਣ ਉਹਨਾਂ ਦਾ ਵਿਆਹ ਕਰਕੇ ਉਹਨੂੰ ਬਾਹਰ ਭੇਜ ਕੇ ਸੈੱਟ ਕਰਕੇ ਫਿਰ ਉਹ ਗਏ ਨੇ। ਕਦੇ ਇਹ ਚੀਜ਼ ਫੀਲ ਹੁੰਦੀ ਹੈ ਕਿ ਯੂ ਵਿਸ਼ ਕਿ ਉਹ ਅੱਜ ਹੁੰਦੇ ਤਾਂ ਯੂ ਕੈਨ ਸ਼ੇਅਰ ਦਿਸ ਸਕਸੈਸ ਵਿਦ them, your achievements? 100% ਜੀ, ਇਹ ਤਾਂ ਐਵਰੀ ਡੇ ਹੀ ਹੁੰਦੀ ਹੈ। ਜੇ ਮੈਂ ਕਹਾਂ ਵੀ ਮੈਨੂੰ ਕਦੇ ਕਦੇ ਯਾਦ ਆਉਂਦੀ ਹੈ ਤਾਂ ਮੈਂ ਝੂਠ ਬੋਲੂੰਗਾ। ਐਵਰੀ ਡੇ ਬਿਫੋਰ ਆਈ ਗੋ ਟੂ ਸਲੀਪ, ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਤਾਂ ਇਹ ਤਾਂ ਚੀਜ਼ ਹੁੰਦੀ ਹੋਇਆ ਵੀ ਅੱਜ ਇੱਥੇ ਸ਼ੋਅ ਲਾ ਕੇ ਆਇਆ ਕਰਕੇ ਆਇਆ, ਇੰਨਾ ਕੁਛ ਪਾ ਲਿਆ, ਸਾਰਾ ਕੁਛ ਹੋ ਗਿਆ ਹੈ ਨਾ। ਤੇ ਹੋਈ ਵੀ ਜਾਂਦਾ ਅੱਗੇ ਕਿ ਚਲੋ ਮੇਰੇ ਸਿਸਟਰਸ ਪ੍ਰਾਊਡ ਨੇ। ਮਾਈ ਸਿਸਟਰ ਜਿਹੜੀ ਮੇਰੀ ਵੱਡੀ ਸਿਸਟਰ ਹੈ ਗੁਰਪ੍ਰੀਤ, ਉਹਦਾ ਨਾਮ, ਉਹ ਮੇਰੇ ਤੋਂ 16 ਸਾਲ ਵੱਡੀ ਹੈ ਤੇ ਉਹ ਤੋਂ ਛੋਟੀ ਹੈਗੀ ਕਮਲ। ਦੇ ਟੇਕ ਕੇਅਰ ਮੀ ਐਜ਼ ਮਮ ਐਂਡ ਡੈਡ, ਹੈ ਨਾ। ਸੋ ਮੈਨੂੰ ਮਾਂ ਹੀ ਦਿਖਦੀ ਹੈ ਮੇਰੀ ਉਹਨਾਂ 'ਚੋਂ। ਪਰ ਮੈਨੂੰ ਇੱਦਾਂ ਜ਼ਰੂਰ ਹੁੰਦਾ ਵੀ ਕਾਸ਼ ਉਹ ਕਿਤੇ ਨਾ ਕਿਤੇ ਜੇ ਹੁੰਦੇ ਤਾਂ ਵਧੀਆ ਫੀਲ ਹੋਣਾ ਸੀ ਉਹਨਾਂ ਨੂੰ। ਤੇ ਮੈਨੂੰ ਇਹੀ ਪਛਤਾਵਾ ਹੁੰਦਾ ਵੀ ਮੈਂ ਉਹਨਾਂ ਨੂੰ ਆਹ ਦਿਨ ਦਿਖਾ ਨਹੀਂ ਸਕਿਆ। ਸ਼ਾਇਦ ਮੈਂ ਉਹ ਟਾਈਮ 'ਤੇ ਥੋੜ੍ਹਾ ਜਿਹਾ ਵੱਡਾ ਹੁੰਦਾ, ਕੁਛ ਨਾ ਕੁਛ ਤਾਂ ਕਰਦਾ, ਪਰ ਜੋ ਰੱਬ ਨੂੰ ਮਨਜ਼ੂਰ ਹੈ ਜੀ, ਤੁਹਾਨੂੰ ਪਤਾ ਹੀ ਹੈ। ਤੇ ਤੁਸੀਂ ਐਕਸਪ੍ਰੈਸ ਕਰ ਪਾਉਂਦੇ ਹੋ ਇਹ ਚੀਜ਼ ਈਵਨ ਵਿਦ ਯੋਰ ਸਿਸਟਰਸ? ਆਰ ਯੂ ਐਕਸਪ੍ਰੈਸਿਵ ਕਿ ਹਾਊ ਯੂ ਫੀਲ ਅਬਾਊਟ them, ਕਿ ਕਿਸ ਤਰ੍ਹਾਂ ਤੁਹਾਡੀਆਂ ਟੇਕ ਕੇਅਰ ਕਰਦੀਆਂ ਆ? ਹੈਵ ਯੂ ਐਵਰ ਐਕਸਪ੍ਰੈਸ ਦਿਸ ਟੂ them? To be honest, I don't, because they start crying right away। ਉਹ ਰੋਣ ਲੱਗ ਜਾਂਦੇ ਆ। ਤੇ ਮੈਂ ਉਹੀ ਗੱਲ ਵੀ ਮੈਨੂੰ ਵਧੀਆ ਲੱਗਦਾ ਜਦੋਂ ਰੋਂਦੇ ਆ, ਪਰ ਓਬਵੀਅਸਲੀ ਉਹਨਾਂ ਨੂੰ ਮੈਂ ਦੱਸਦਾ ਰਹਿਣਾ ਵੀ ਮੈਨੂੰ ਬਹੁਤ ਵੱਡਾ ਆਸਰਾ ਉਹਨਾਂ ਦੇ ਤੇ ਉਹਨਾਂ ਨੂੰ ਮੇਰਾ ਬਹੁਤ ਵੱਡਾ ਆਸਰਾ। ਅਸੀਂ ਭੈਣ ਭਾਈ ਇੱਕ ਦੂਜੇ ਲਈ ਆਲਵੇਜ਼ ਖੜੇ ਆ ਤੇ ਖੜੇ ਰਹਾਂਗੇ, ਕਿਉਂਕਿ ਅਸੀਂ ਆ 2-3 ਜਾਣੇ ਹਨਾ, ਤੇ ਹੋਰ ਤਾਂ ਕੋਈ ਹੈ ਵੀ ਨਹੀਂਗਾ। ਬਾਕੀ ਤਾਂ ਇਹੀ ਐਕਸਪ੍ਰੈਸ ਥੋੜਾ ਬਹੁਤਾ ਕਰ ਲੈਣਾ ਹੁੰਦਾ ਵੀ ਯਾਦ ਆਉਂਦੀ ਹੈ ਮੰਮੀ ਦੀ, ਪਰ ਮੈਂ ਜ਼ਿਆਦਾ ਕੋਲ ਬਹਿ ਕੇ ਗੱਲਾਂ ਨਹੀਂ ਕਰਦਾ। ਉਹਨਾਂ ਨੂੰ ਸਿਸਟਰਸ ਨੂੰ ਦੱਸਦੇ ਹੋ ਕਿ ਉਹਨਾਂ ਦੇ ਲਈ ਐਕਸਪ੍ਰੈਸ ਕਰਦੇ ਹੋ ਸਿਸਟਰਸ ਦੇ ਲਈ? ਬਿਲਕੁਲ, ਉਹਨਾਂ ਲਈ ਤਾਂ ਕਰਦਾ ਹੁੰਦਾ ਜੀ। ਤੇ ਹੁਣ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ, ਪ੍ਰੋਮਿਸ ਕੀਤਾ ਸੀ ਵੀ ਜਦੋਂ ਵੀ ਸਾਰਾ ਕੁਝ ਸਹੀ ਹੁੰਦਾ ਮੇਬੀ ਨੈਕਸਟ ਈਅਰ ਟੇਕ them to my show। ਤੇ ਉਹਨਾਂ ਨੂੰ ਮੈਂ ਜ਼ਰੂਰ ਲੈ ਕੇ ਆਊਂਗਾ। ਮਾਊਂਟੇਨ ਨੂੰ ਤਾਂ ਲੈ ਨਹੀਂ ਸਕਿਆ, ਪਰ ਉਹਨਾਂ ਨੂੰ ਜ਼ਰੂਰ ਲੈ ਕੇ ਆਊਂਗਾ। ਉਹਨਾਂ ਨੇ ਹਲੇ ਤੱਕ ਕੋਈ ਸ਼ੋਅ ਨਹੀਂ ਦੇਖਿਆ? ਉਹਨਾਂ ਨੇ ਇੱਕ ਸ਼ੋਅ ਦੇਖਿਆ ਸੀਗਾ ਸਰੀ, ਬਾਈ ਵਾਸ ਨਾਟ ਦੈਟ ਬਿਗ ਆਫ ਅ ਸ਼ੋਅ, ਪਰ ਇੱਥੇ ਆ ਕੇ ਉਹਨਾਂ ਨੇ ਕਦੇ ਪ੍ਰੋਪਰ ਦੇਖਿਆ ਨਹੀਂ ਹੈਗਾ। ਓਕੇ, ਤੇ ਮੇਰੇ ਕੋਲ ਤੁਹਾਡੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਆ ਕਰਨ। ਲੈਟਸ ਵਾਚ ਦੈਟ। ਯਾ, ਕਰਨ ਦੀ ਸਿਸਟਰਸ, ਇਹ ਦਿਲ ਦੀਆਂ ਗੱਲਾਂ ਨੇ ਜੋ ਕਰਨ ਲਈ ਆ ਰਹੀਆਂ ਨੇ ਸਾਡੇ ਦਿਲ ਚੋਂ। ਮੈਂ ਵੱਡੀਆਂ, ਇਹ ਮੇਰੇ ਤੋਂ ਛੋਟੀ ਆ ਤੇ ਕਰਨ ਇਹ ਤੋਂ ਵੀ ਛੋਟਾ ਨਾ। ਸਾਡਾ 5 ਸਾਲ ਦਾ ਫਰਕ ਆ ਤੇ ਮੇਰਾ ਉਹਦੇ ਨਾਲ 16 ਸਾਲ ਦਾ ਫਰਕ ਆ ਨਾ। ਐਂਡ ਅਸੀਂ 2 ਭੈਣਾਂ ਹੀ ਸੀ। ਹਰ ਇੱਕ ਨੂੰ ਹੁੰਦਾ, ਮਾਂ ਪਿਓ ਨੂੰ ਵੀ, ਹਨਾ, ਵੀ ਸਾਡੇ ਕੋਲ ਲਾਈਕ ਮੁੰਡਾ ਹੋਵੇ, ਹਨਾ। ਤੇ ਸਾਨੂੰ ਵੀ ਬਹੁਤ ਜ਼ਿਆਦਾ ਸੀ ਵੀ ਸਾਡਾ ਆਪਣਾ ਭਰਾ ਹੋਵੇ। ਬੇਸ਼ੱਕ ਸਾਡੇ ਚਾਚੀ ਤਾਇਆਂ ਦੇ ਮੁੰਡੇ ਹੈਗੇ ਆ, ਪਰ ਦ ਥਿੰਗ ਇਜ਼ ਉਹ ਇੱਕ ਅੰਦਰ ਇੱਕ ਖੋਹ ਹੁੰਦੀ ਆ ਵੀ ਨੂੰ ਆਪਣਾ ਇੱਕ ਭਰਾ ਚਾਹੀਦਾ। ਜਿਵੇਂ ਮਾਂ ਨੂੰ ਤਾਂ ਸੀਗੀ, ਹਨਾ, ਵੀ ਮੇਰਾ ਪੁੱਤ ਮੈਨੂੰ ਚਾਹੀਦਾ। ਫਿਰ ਇੰਨਾ ਅਸੀਂ ਜਿੱਦਾਂ ਸੁੱਖਾਂ ਸੁੱਖੀਆਂ ਰੱਬ ਨੇ ਸੁਣ ਲਈ, ਹਨਾ, ਤੇ ਬੜੀ ਖੁਸ਼ੀ ਹੋਈ। ਲਾਈਕ ਅਸੀਂ ਘਰ ਨਹੀਂ ਸੀਗੇ ਤੇ ਡੈਡ ਸਾਨੂੰ ਉਦੋਂ ਲੈਣ ਗਏ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੀ ਬੇਬੀ ਬ੍ਰਦਰ ਹੋਇਆ, ਹਨਾ। ਤੇ ਵੀ ਵਰ ਲਾਈਕ ਭਾਈ ਰੱਬਾ, ਸਾਡਾ ਆਪਣਾ ਭਰਾ ਹੋ ਗਿਆ। ਅਸੀਂ ਆਏ ਨਿੱਕਾ ਜਿਹਾ, ਹਨਾ, ਨਿੱਕਾ ਜਿਹਾ ਇਹਨੂੰ ਚੱਕਿਆ, ਏਦਾਂ ਇੰਨਾ ਵਧੀਆ ਫੀਲ ਹੋਇਆ। ਲਾਈਕ ਮਮ ਇੰਨੀ ਖੁਸ਼, ਹਨਾ। ਸਾਨੂੰ ਜਿੱਦਾਂ ਬਾਰ-ਬਾਰ ਕਹੀ ਜਾਣ, ਪੁੱਤ ਤੁਹਾਡਾ ਵੀਰਾ, ਤੁਹਾਡਾ ਵੀਰਾ, ਹਨਾ। ਡੈਡ ਦੇ ਨਾਲ ਐਵੇਂ ਹੁੰਦਾ ਸੀ ਵੀ ਜਦੋਂ ਡੈਡ ਨੇ ਆਉਣਾ ਤਾਂ ਬਾਹਰ ਜਾ ਕੇ ਨਿਕਲ ਲੈ ਜਾਣਾ ਪਿੰਡ ਚ, ਵੀ ਜਿਹੜਾ ਖੇਤ ਜਾਣਾ ਜਾਂ ਕੋਈ ਕੰਮ ਪਿੰਡ ਦੇ ਵਿੱਚ ਹੋਣਾ, ਇਹਨੇ ਮਤਲਬ ਡੈਡ ਦੀ ਐਵੇਂ ਉਂਗਲ ਫੜਨੀ ਤੇ ਨਾਲ ਨਾਲ ਤੁਰਪਣਾ। ਡੈਡ ਜਿਹੜਾ ਇਹਦੇ ਟੈਟੂ ਬਣਵਾਇਆ ਹੋਇਆ, ਐਕਚੁਅਲੀ ਉਹ ਟਰੂ ਆ ਵੀ ਡੈਡ ਐਵੇਂ ਇਹਨੂੰ ਲੈ ਕੇ ਜਾਂਦੇ, ਹੱਥ ਫੜ ਕੇ ਇਹਨੂੰ ਜਿਵੇਂ ਲੈ ਕੇ ਜਾਂਦੇ ਹੁੰਦੇ ਸੀਗੇ। ਤੇ ਡੈਡੀ ਵਰਗਾ ਸੁਭਾਅ ਤੇ ਤਾਂ ਪੱਕਾ ਹੀ ਆ। ਡੈਡੀ ਨੇ ਵੀ ਹੱਸਦੇ ਰਹਿਣਾ, ਤਾਂ ਹੀ ਲਾਈਕ ਹਰ ਵੇਲੇ ਡੈਡੀ ਨੇ ਹੱਸਦੇ ਰਹਿਣਾ। ਜੇ ਉਹਨਾਂ ਨਾਲ ਕਿਸੇ ਨੇ ਲੜਾਈ ਵੀ ਕਰਨੀ ਨਾ, ਉਹਨਾਂ ਦੇ ਫੇਸ ਤੇ ਸਮਾਈਲ ਨਹੀਂ ਸੀ ਜਾਂਦੀ। ਤੇ ਡੈਡੀ ਦੇ ਵੀ ਉਹ ਪੂਰੀ ਪੂਰੀ ਦਾੜੀ ਓਦਾਂ ਆਈ ਹੈ ਤੇ ਇਹਦੇ ਵੀ ਆਈ ਹੈ, ਹਨਾ। ਉਹ ਜਿੱਦਾਂ ਮੈਨੂੰ ਡੈਡੀ ਵਿੱਚੋਂ ਦਿਖਦੇ ਆ। तुम चले गए, कुछ बोला भी नहीं, पाँव से मेरे फिसली है ये ज़मीन। ਸੋ ਜਦੋਂ ਡੈਡ ਦੀ ਡੈਥ ਹੋਈ ਉਦੋਂ ਵੀ ਬਹੁਤ ਨਿੱਕਾ ਸੀ। ਡੈਡੀ ਨਹੀਂ ਸੀਗੇ, ਅਸੀਂ ਇੱਕ ਟੀਮ ਵਾਂਗਰ ਫੈਮਿਲੀ ਇਕੱਠੇ ਹੋ ਗਏ। ਅਸੀਂ ਇੱਕ ਦੂਜੇ ਲਈ, ਅਸੀਂ ਕਰਨ ਲਈ, ਲਾਈਕ ਏਦਾਂ ਸੀ ਵੀ ਇਹਨੂੰ ਫੀਲ ਨਾ ਹੋਵੇ। ਪਰ ਜਦੋਂ ਮੰਮੀ ਚਲੇ ਗਏ ਫਿਰ ਤਾਂ ਬਿਲਕੁਲ ਹੀ ਏਦਾਂ ਹੋ ਗਿਆ ਵੀ ਹੁਣ ਕੀ ਹੋਊਗਾ। ਸੋ ਉਹ ਜਿੱਦਾਂ ਇੱਕ ਮਾਂ ਨਹੀਂ ਮੈਂ ਬਣ ਸਕਦੀ,
ਪਰ ਉਹ ਜਿਹੜੀ ਉਹਦੀ ਕਮੀ ਆ ਹਨਾ ਉਹ ਮੈਂ ਟਰਾਈ ਕਰਦੀ ਆ ਲਾਈਕ ਆਪਣੇ ਨਿਆਣਿਆਂ ਨੂੰ ਪਹਿਲਾਂ ਉਹਦਾ ਸੋਚੀਦਾ ਚਾਚਾ ਚਾਚੀ ਉਹਦੀ ਸੀਗੇ ਵਿੱਕੀ ਅਮਰਤ ਇਹਨਾਂ ਨੇ ਕਦੇ ਫੀਲ ਨਹੀਂ ਹੋਣ ਦਿੱਤੀ ਉਹਨੂੰ ਕਮੀ ਪਰ ਸਾਡੇ ਦਿਲ 'ਚ ਇਦਾਂ ਸੀਗਾ ਵੀ ਹਾਏ ਉਹ ਉੱਥੇ ਇਕੱਲਾ ਆਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਨਾ ਪੈਣਾ ਫਿਰ ਮੈਂ ਉਹਨੂੰ ਬੁਲਾਇਆ ਉਸ ਟਾਈਮ ਤੋਂ ਯੂ ਸੋ ਇੰਡੀਪੈਂਡੈਂਟ ਲਾਈਕ ਉਹਨੇ ਆਪਣਾ ਖਰਚਾ ਆਪਣਾ ਲਾਈਕ ਰਹਿਣਾ ਆਪਣੇ ਆਪ ਨੂੰ ਡਿਵੈਲਪ ਕਰਕੇ ਅੱਗੇ ਆਉਣਾ ਬਿਕਾਜ਼ ਉਹਨੇ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਦੇਖਿਆ ਹੋਇਆ ਸੀਗਾ ਤੇ ਉਸੇ ਚੀਜ਼ਾਂ ਨੇ ਉਹਨੂੰ ਜਿਵੇਂ ਅੱਗੇ ਤੋਂ ਅੱਗੇ ਹੁਣ ਲਿਆਂਦਾ ਤੇ ਅੱਗੇ ਵੀ ਲੈ ਕੇ ਜਾ ਰਿਹਾ ਮੈਨੂੰ ਉਹ ਫੀਲਿੰਗ ਅਲੱਗ ਡਿਫਰੈਂਟ ਫੀਲ ਹੁੰਦੀ ਹੈ ਜਦੋਂ ਮੈਂ ਇਹਨੂੰ ਵੀਰੇ ਕਹਿ ਕੇ ਬੁਲਾਉਣੀ ਮੇਰਾ ਜਿੱਦਾਂ ਮੇਰਾ ਇਦਾਂ ਆ ਵੀ ਮੇਰਾ ਵੀਰ ਆ ਅਸੀਂ ਲੱਕੀ ਆ ਮੈਂ ਕਹਿੰਦੀ ਆ ਵੀ ਉਹ ਸਾਡਾ ਭਰਾ ਰੱਬ ਨੇ ਸਾਨੂੰ ਚੁਣਿਆ ਵੀ ਅਸੀਂ ਉਹਦੀਆਂ ਭੈਣਾਂ ਬਣੀਏ ਅਸੀਂ ਹਮੇਸ਼ਾ ਤੇਰੇ ਨਾਲ ਆ I'm so proud of you ਕਰਨ I don't have words to explain ਜਿੰਨਾ ਵਾਹਿਗੁਰੂ ਇੰਨੀਆਂ ਤਰੱਕੀਆਂ ਦੇਵੇ ਤੈਨੂੰ ਇੰਨਾ ਤੈਨੂੰ ਉੱਪਰ ਲੈ ਕੇ ਜਾਵੇ ਯੂ ਨੋ ਜਦੋਂ ਕਹਿੰਦੇ ਹੁੰਦੇ ਵੀ ਪੇਰੈਂਟਸ ਚਲੇ ਗਏ ਤੁਹਾਡੇ ਉਹਨਾਂ ਦੀ ਡੈਥ ਹੋ ਗਈ ਦੇਰ ਲਾਈਕ ਹੈ ਨਹੀਂ ਗਏ ਤੁਸੀਂ ਮੁੜ ਕੇ ਦੇਖਦੇ ਹੋ ਓਕੇ ਫਾਈਨ ਫਲਾਣੇ ਦੀ ਫੈਮਿਲੀ ਹੈ ਫਲਾਣੇ ਦੇ ਮਮ ਡੈਡ ਨੇ ਸਾਡੇ ਹੈ ਨਹੀਂ ਗਏ ਨਾ ਪਰ ਕਰਨ ਜਦੋਂ ਹੁਣ ਤੂੰ ਐਡਾ ਵੱਡਾ ਹੋ ਗਿਆ ਤੂੰ ਮੇਰੇ ਘਰ ਆਉਣਾ ਹਰ ਤਿਉਹਾਰ ਤੇ ਹਰ ਕਿਤੇ ਮੈਨੂੰ ਕਸਮ ਲੱਗੇ ਕਰਨ ਮੈਨੂੰ ਲੱਗਦਾ ਵੀ ਮੇਰੇ ਮਾਂ-ਪਿਓ ਨਾਲ ਆ ਮੈਨੂੰ ਐਵੇਂ ਲੱਗਦਾ ਵੀ ਯੂ ਨੋ ਨਾਓ ਮਾਈ ਡੈਡ ਇਜ਼ देयर ਮਾਈ ਮਮ ਇਜ਼ ਲਾਈਕ ਬਿਕਾਜ਼ ਪਲਕ ਤੇ ਕਰਨ ਬੋਥ ਆਫ ਯੂ ਲਾਈਕ ਤੁਸੀਂ ਬਹੁਤ ਸਾਰਾ ਕਰਦੇ ਜਿੱਥੇ ਸਾਡੇ ਮਾਂ-ਪਿਓ ਨੇ ਖੜਨਾ ਉੱਥੇ ਦੋਨੇ ਖੜਦੇ ਆ ਮਾਂ ਵੀ ਜਿੱਦਾਂ ਮਰਦੇ ਦੇ ਗਏ ਸੀ ਮੇਰੇ ਪੁੱਤ ਦਾ ਕੀ ਹੋਊਗਾ ਰਾਈਟ ਸੋ ਯਾ ਉਹਨਾਂ ਨੂੰ ਬਹੁਤ ਫਿਕਰ ਸੀ ਲਾਈਕ ਉਸ ਟਾਈਮ ਹਨਾ ਪਰ ਯਾ ਉਹ ਦੇਖਦੇ ਆ ਹੁਣ ਸਭ ਕੁਝ ਠੀਕ ਆ ਵਧੀਆ ਖੁਸ਼ ਨੇ नैना जो सांझ ख्वाब देखते थे नैना बिछड़ के आज रो दिए हैं Mr. Wata, thank you guys so much. It was really nice of you guys. I don't know what to say. Thank you. Sachi, thank you. ਇਹ ਬਹੁਤ ਸੋਹਣੀ ਚੀਜ਼ ਤੁਹਾਡੇ ਸਿਸਟਰਸ ਨੇ ਕਹੀ ਹੈ ਕਿ ਦੇ ਸੀ देयर ਫਾਦਰ ਇਨ ਯੂ ਤੇ ਇਹ ਸੈਂਸ ਆਫ ਰਿਸਪੌਂਸਿਬਿਲਿਟੀ ਦੀ ਵੀ ਗੱਲ ਆ ਔਰ ਬਹੁਤ ਬਹੁਤ ਪ੍ਰਾਊਡ ਵਾਲੀ ਗੱਲ ਵੀ ਆ It is, to be honest, ਮੈਨੂੰ ਬਹੁਤ ਵਧੀਆ ਲੱਗਿਆ ਸੁਣ ਕੇ because we never sit down and talk like this. ਕਈ ਸਾਰੇ ਰੋਣ ਲੱਗ ਜਾਂਦੇ ਆ you know like ਫਿਰ ਹੱਸਣ ਲੱਗ ਜਾਂਦੇ ਆ like what are we doing ਨਾ ਪਰ ਮੈਨੂੰ ਬਹੁਤ ਖੁਸ਼ੀ ਹੈ ਵੀ like ਮੈਂ ਉਹਨਾਂ ਨੂੰ ਇਦਾਂ ਫੀਲ ਕਰਾ ਰਿਹਾ ਤੇ ਇਦਾਂ ਕਰਾ ਸਕਦਾ ਨਾ like I'm really happy for them and they're really happy for me and we're happy for us you know thank you guys so much ਕੋਈ ਚੀਜ਼ ਉਹਨਾਂ ਲਈ ਕਹਿਣਾ ਚਾਹੁੰਦੇ ਸਾਹਮਣੇ ਬੈ ਕੇ ਘੱਟ ਐਕਸਪ੍ਰੈਸ ਕੀਤਾ ਹੈ I love you guys ਮੈਂ ਕੁਝ ਵੀ ਕਰ ਸਕਦਾ ਤੁਹਾਡੇ ਲਈ ਮੈਂ ਤਾਂ ਨਹੀਂ ਕਹੂੰਗਾ ਮੈਂ ਜਾਨ ਵੀ ਦੇ ਸਕਦਾ ਮੈਂ ਦੇ ਤਾਂ ਸਕਦਾ ਪਰ ਮੈਨੂੰ ਤੁਸੀਂ ਜੇ ਸੁਣਨਾ ਤੁਸੀਂ ਫੇਰ ਰੋਣ ਲੱਗ ਜਾਣਾ ਪਰ I love you guys more than anything दिल दी गल्लां ਅੱਛਾ ਕਰਨ ਹੁਣ ਟਾਈਮ ਆ ਸਾਡੇ ਸ਼ੋਅ ਦੇ ਪਹਿਲੇ ਰਾਉਂਡ ਦਾ ਖੋਲ ਦਿਲ ਦੀ ਪੋਲ ਯੂ ਹੈਵ ਟੂ ਡੂ ਸਮ ਕਨਫੈਸ਼ਨਸ ਠੀਕ ਹੈ ਤੇ ਜੇ ਨਹੀਂ ਕੀਤੇ ਜਾਂ ਫਿਰ ਝੂਠ ਬੋਲਿਆ ਫਿਰ ਤੁਹਾਡੇ ਲਈ ਮੈਂ ਕੁਝ ਤੁਹਾਨੂੰ ਦਿਖਾਉਣੀਆਂ ਮੰਗਵਾ ਰਹੀ ਹਾਂ ਕੁਝ ਡਰਾਉਣ ਲਈ दिल दियां गल्लां दिल च रजानियां दिल ਪਹਿਲਾ ਕਨਫੈਸ਼ਨ ਕਨਫੈਸ ਕਰੋ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਆਪਣੀ ਪਰਸਨੈਲਿਟੀ 'ਚ ਨਹੀਂ ਪਸੰਦ ਮੇਰੇ ਦੰਦ ਸੱਚੀ I don't like my teeth being irritated sound like it but I think that's cute ਸੱਚੀ ਦੱਸਾਂ ਸਾਰੀ ਕੁੜੀਆਂ ਇਦਾਂ ਹੀ ਕਹਿੰਦੀਆਂ ਅੱਛਾ ਓਕੇ ਕਨਫੈਸ ਕਰੋ ਪੈਸਾ ਤੁਹਾਡੀ ਲਾਈਫ 'ਚ ਕਿੰਨਾ ਇੰਪੋਰਟੈਂਟ ਹੈ ਦੇਖੋ ਜੀ ਪੈਸਾ ਇੰਪੋਰਟੈਂਟ ਹੈਗਾ ਪਰ ਰਿਸ਼ਤਿਆਂ ਤੋਂ ਇੰਪੋਰਟੈਂਟ ਨਹੀਂ ਹੈਗਾ ਇਟਸ ਜਸਟ ਦਾ ਮੈਂ ਆਪਣੀ ਫੈਮਿਲੀ ਦੀ ਟੇਕ ਕੇਅਰ ਕਰਨਾ ਚਾਹੁੰਦਾ ਮੈਂ ਉਹਨਾਂ ਨੂੰ ਉਹ ਦਿਨ ਦਿਖਾਉਣਾ ਚਾਹੁੰਦਾ ਜਿਹੜੇ ਉਹਨਾਂ ਨੇ ਨਹੀਂ ਦੇਖੇ ਮੇਰੀ ਫੈਮਿਲੀ 'ਚ ਕਿਸੇ ਨੇ ਵੀ ਨਹੀਂ ਦੇਖੇ ਸੋ I just want to help my family out ਐਂਡ ਸਾਰੇ ਜਿਹੜੇ ਮੇਰੇ ਆਲੇ ਦੁਆਲੇ ਮੇਰੇ ਨਾਲ ਰਹਿੰਦੇ ਨੇ ਮੈਨੂੰ ਇਹ ਵੀ ਕੁਝ ਪੈਸਾ ਹੀ ਕਰ ਸਕਦਾ ਜੀ ਉਹ ਤਾਂ ਸੋ ਇਹੀ ਹੈ ਬਿਲਕੁਲ ਤੁਹਾਡਾ ਗਾਣਾ ਨੋ ਨੀਡ ਸੋ ਤੁਹਾਡੇ ਨਾਲ ਐਦਾਂ ਹੋਇਆ ਕਿ ਤੁਹਾਨੂੰ ਕਿਸੇ ਨੇ ਥੱਲੇ ਖਿੱਚਿਆ ਤੇ ਫਿਰ ਤੁਸੀਂ ਕਿਹਾ ਕਿ ਤੁਹਾਨੂੰ ਕਿਸੇ ਦੀ ਲੋੜ ਨਹੀਂ ਬਿਲਕੁਲ ਹੋਇਆ ਜੀ ਨਾਮ ਤਾਂ ਹੁਣ ਮੈਂ ਨਹੀਂ ਡ੍ਰੌਪ ਕਰੂੰਗਾ ਪਰ ਲੋਕਾਂ ਨੂੰ ਤਾਂ ਲੱਗਦਾ ਸੀ ਵੀ ਯਾਰ
ਮੇਰੇ ਵੱਲੋਂ ਐਕਚੁਅਲ ਮੈਨੂੰ ਜਦੋਂ ਮੈਂ ਗਾਣਾ ਆਇਆ ਸੀ, ਜਿਹੜੇ ਮੈਨੂੰ ਕਾਫੀ ਟਾਈਮ ਤੋਂ ਫੋਲੋ ਕਰਦੇ ਉਹਨਾਂ ਨੂੰ ਪਤਾ ਹੋਣਾ ਮਾਹੌਲ ਸੀਗਾ ਥੋੜਾ ਜਿਹਾ ਮੇਰੇ ਨਾਲ ਵੀ ਇਹ ਰਿਪਲਾਈ ਕਰੂਗਾ ਜਾਂ ਨਹੀਂ ਕਰੂਗਾ, ਕੁਝ ਹੋਇਆ ਸੀਗਾ ਮਾੜਾ ਮੋਟਾ ਚੱਕਰ। ਤੇ ਉਦੋਂ ਮੈਨੂੰ ਆਹੀ ਸੀਗਾ ਵੀ ਯਾਰ ਮੇਰੇ ਨਾਲ ਅਸੀਂ ਸਾਰੇ ਬੈਠੇ ਯਾਰ ਆਪਾਂ ਨੂੰ ਲੋੜ ਹੀ ਨਹੀਂ, ਆਪਾਂ ਕੀ ਯਾਰ ਰਿਪਲਾਈ ਕਰਨੇ ਆ ਵੀ ਆਪਾਂ ਇਹ ਤੋਂ ਬਹੁਤ ਅੱਗੇ ਜਾਣਾ। ਸੋ ਉਸ ਟਾਈਮ ਆਇਆ ਸੀ ਵੀ ਸਾਨੂੰ ਲੋੜ ਨਹੀਂ, ਤਾਂ ਕਰਕੇ ਉਹਦੇ ਕਰਕੇ ਇਹ ਲਿਖਿਆ ਸੀ ਗਾਣਾ। ਤੇ ਉਹ ਗਾ ਸਕਦਾ? ਹਾਂਜੀ ਹਾਂਜੀ ਬਿਲਕੁਲ। ਉਹ ਦੁਨੀਆਦਾਰੀ ਪੈਸੇ ਮਾਰੀ ਕਰਦੀ ਰਹਿੰਦੀ ਫਾਈਟ ਆ, 21 ਟੱਪਿਆਂ ਸਭ ਪਤਾ ਕੀ ਰੋਂਗ ਆ ਕੀ ਰਾਈਟ ਆ, ਸਟਰਗਲ ਕੀਤਾ ਏ ਹਵਾ ਨਹੀਂ ਕੀਤੀ, ਕੋਕ ਨਹੀਂ ਕੀਤਾ ਦਾਰੂ ਪੀਤੀ, ਸੁਪਨੇ ਆ ਵੱਡੇ ਜਿਨ੍ਹਾਂ ਪਿੱਛੇ ਘਰ ਛੱਡੇ, ਕਿਸੇ ਹੋਰ ਨੂੰ ਹਰਾਉਣ ਵਾਲੀ ਲਾਈ ਦੌੜ ਨਹੀਂ, ਹਰਾ ਤਾਂ ਸਕਦੇ ਆ ਸਾਨੂੰ ਲੋੜ ਨਹੀਂ, ਇਹ ਸਭ ਕੁਝ ਕਰ ਤਾਂ ਸਕਦੇ ਆ ਸਾਨੂੰ ਲੋੜ ਨਹੀਂ। ਵਾਓ, ਮੈਂ ਥੈਂਕ ਤੁਹਾਡੀ ਯੂ। ਸਨੈਪ ਵੀ ਦੇਖੀ ਸੀ ਇਹ ਗਾਣੇ ਦੇ ਉੱਤੇ। ਕਨਫੈਸ ਕਰੋ ਉਹ ਸ਼ਰਾਰਤ ਜਿਸ ਕਰਕੇ ਤੁਹਾਨੂੰ ਕਾਲਜ ਚੋਂ ਕੱਢਿਆ ਗਿਆ ਸੀ। ਹਾਂਜੀ, ਗ੍ਰੇਡ 12 ਕਾਲਜ ਤੱਕ ਮੈਂ ਪਹੁੰਚੇ ਹੀ 12ਵੀਂ ਕਲਾਸ 'ਚ ਮੈਨੂੰ ਕੱਢਤਾ ਸੀਗਾ ਖਸ ਮੈਂ ਜਾਂਦਾ ਨਹੀਂ ਸੀ ਹੁੰਦਾ, ਮੇਰੀ ਅਟੈਂਡੈਂਸ ਨਹੀਂ ਸੀ ਪੂਰੀ। ਸੋ ਮੈਨੂੰ ਹਲੇ ਵੀ ਯਾਦ ਆ, ਘਰਦਿਆਂ ਨੂੰ ਬੁਲਾਇਆ ਸੀ ਸਿਸਟਰ ਉਹਨਾਂ ਨੂੰ, ਕਹਿੰਦੇ 680 ਕਲਾਸਿਸ ਸੀਗੀ, ਮੈਨੂੰ ਹਲੇ ਵੀ ਨੰਬਰ ਯਾਦ ਹੈ ਉਹਦੇ 'ਚ ਮੈਂ 180 ਕਲਾਸਿਸ ਗਿਆ ਸੀ, ਸਿਰਫ 500 ਕਲਾਸਾਂ ਮਿਸ ਸੀਗੀਆਂ ਜੀ। ਕਿਸੇ ਨੂੰ ਨਹੀਂ ਪਤਾ ਮੈਂ ਕਿੱਥੇ ਸੀ ਉਹ 500 ਕਲਾਸਿਸ ਕਿੱਥੇ ਸੀ? ਗਾਣੇ ਲਿਖ ਰਿਹਾ ਸੀ ਜੀ। ਓਕੇ, ਕਨਫੈਸ ਕਰੋ ਕਦੇ ਕਿਸੇ ਦੀ ਅਟੈਂਸ਼ਨ ਲੈਣ ਲਈ ਕੋਈ ਐਕਸਟਰਾ ਐਫਰਟ ਕੀਤਾ? ਕੀਤਾ ਜੀ। ਕੀ ਕੀਤਾ? ਬਸ ਦਾੜੀ ਥੋੜੀ ਵਧਾ ਲਈ ਸੀ, ਬੀਅਰਡ ਲਾ ਲਿਆ ਸੀਗਾ, ਅੱਗੇ ਆਉਂਦੀ ਨਹੀਂ ਸੀ ਹੁੰਦੀ, ਉਮਰ ਛੋਟੀ ਸੀ ਨਾ। ਸੋ ਬਸ ਇਹੀ ਕੀਤਾ 2-3 ਮਹੀਨੇ, ਹੋਰ ਤਾਂ ਕੁਝ ਨਹੀਂ ਕੀਤਾ। ਤੇ ਕਿੰਨੀਆਂ ਕਰਨ ਦੀਆਂ ਹਾਲੇ ਤੱਕ ਕਿੰਨੀਆਂ ਕੁ ਗਰਲਫ੍ਰੈਂਡਸ ਰਹਿ ਚੁੱਕੀਆਂ, ਇਫ ਯੂ ਡੋਨਟ ਮਾਈਂਡ ਆਨਸਰਿੰਗ ਦੈਟ? ਕੈਮਰਾ ਆਫ ਕਰਨਾ ਪਊਗਾ ਤੁਹਾਨੂੰ। ਨੰਬਰ ਯਾਦ ਨਹੀਂ ਜੀ ਮੈਨੂੰ। ਅੱਛਾ, ਨੰਬਰ ਨਹੀਂ ਯਾਦ? ਤੁਹਾਨੂੰ ਦੱਸਿਆ ਹੀ ਮੈਂ ਕਾਫੀ ਨੋਟੀ ਹੁੰਦਾ ਸੀ ਛੋਟਾ ਹੁੰਦਾ, ਹੁਣ ਸਹੀ ਹੈ ਪਰ 4-5 ਸਾਲ। ਅੱਛਾ, ਕੇ ਵੈਰੀ ਵੈਲ ਡਨ ਕਰਨ, ਇੱਕ ਵੀ ਸ਼ਾਰਟਸ ਨਹੀਂ ਪੀਤਾ। ਦੇਖ ਲਓ ਜੀ ਫਿਰ। ਹਾਂ, ਬਟ ਮੈਂ ਇੱਕ ਹੋਰ ਚੀਜ਼ ਤੁਹਾਡੇ ਲਈ ਮੰਗਵਾਉਣੀ ਹੈ ਐਂਡ ਦੈਨ ਫਿਰ ਮੈਂ ਅੱਗੇ ਚਲੋ ਸਹੀ ਹੈ, ਐਕਸਪਲੇਨ ਕਰੂੰਗੀ। ਦੀਆਂ ਗੱਲਾਂ ਦਿਲ 'ਚ ਰਹਿ ਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਮੇਰੇ ਕੋਲ ਇੱਕ ਕਨਫੈਸ਼ਨ ਆ ਤੁਹਾਡੇ ਲਈ, ਤੇ ਜੇ ਤੁਸੀਂ ਉਹ ਨਹੀਂ ਕੀਤਾ ਔਰ ਇਫ ਯੂ ਚੂਜ਼ ਨਾਟ ਟੂ ਆਨਸਰ ਦੈਟ, ਫਿਰ ਤੁਹਾਨੂੰ ਇਹ ਪੂਰਾ ਗਲਾਸ ਪੀਣਾ ਪੈਣਾ। ਹਾਂਜੀ ਹਾਂਜੀ ਦੱਸੋ। ਲੈਟਸ ਡੂ ਦਿਸ। ਓਕੇ, what is your relationship status? What's my relationship Status? I am engaged. I told Okay. you. Yes. Everybody thinks I'm married. हाँ. Because मेरी वीडियो जो हुई थी, मेरी engagement सीगी. Just अच्छा. to secure my in-laws family, like to tell them मैं किधर नहीं भज्जा चला, मैं इत्थे ही आ, कोई टेंशन ना लो. So yes, everybody, I'm engaged, happily. ਤੇ ਫਿਰ ਵਿਆਹ ਕਦੋਂ ਆ? ਵਿਆਹ ਹੋਏ ਤਾਂ ਹੈਗਾ ਹੀ ਟਾਈਮ, ਕਰ ਲੈਣ ਨੂੰ ਫਨ ਹੁੰਦਾ। ਅੱਛਾ। ਵਧੀਆ ਹੁੰਦਾ ਹੈਗਾ ਟਾਈਮ। ਓਕੇ ਕਰਨ, ਵੈਰੀ ਵੈਲ ਡਨ ਵਿਦ ਆਲ ਯੋਰ Thank you. ਕਨਫੈਸ਼ਨਸ। ਤੇ ਕਰਨ, ਮੈਂ ਆਪ ਦੇਖਿਆ ਯੂ ਲੁੱਕ ਅ ਲੋਟ ਲਾਈਕ ਯੋਰ ਫਾਦਰ, ਤੁਸੀਂ ਤੁਹਾਡਾ ਫੇਸ ਉਹਨਾਂ ਨਾਲ ਮਿਲਦਾ ਆ। ਤੇ ਕਰਨ, ਜਦੋਂ ਤੁਹਾਡੇ ਆਫਟਰ ਯੋਰ ਪੇਰੈਂਟਸ ਪਾਸਡ ਅਵੇ, ਤੁਹਾਡੇ ਚਾਚਾ ਚਾਚੀ ਦੇ ਨਾਲ ਤੁਸੀਂ ਬਹੁਤ ਟਾਈਮ ਸਪੈਂਡ ਕੀਤਾ, ਉਹਨਾਂ ਦੇ ਨਾਲ ਰਹੇ, ਉਹਨਾਂ ਨੇ ਤੁਹਾਡੀ ਬਹੁਤ ਧਿਆਨ ਦਿੱਤਾ। ਸੋ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਹੋਰ ਦੱਸੋ। ਮੇਰੀ ਪਿਕਚਰ ਮੈਮਰੀ ਬਹੁਤ ਸ਼ਾਰਪ ਹੈ, ਜਿੱਦਾਂ ਮੈਨੂੰ ਯੂਜੂਲੀ ਇਨਸੀਡੈਂਟਸ ਉਦਾਂ ਯਾਦ ਨਹੀਂ ਰਹਿੰਦੇ, ਪਰ ਮੈਨੂੰ ਪਿਕਚਰਸ ਜਿੱਦਾਂ ਯਾਦ ਰਹਿ ਜਾਂਦੀ, ਜਿੱਦਾਂ ਸ਼ਾਰਟ ਵੀਡੀਓ ਹੈ ਨਾ। ਤੇ ਮੈਨੂੰ ਇੱਕ ਚੀਜ਼ ਯਾਦ ਆ, ਜਦੋਂ ਮੇਰੀ ਮਮ ਦੀ ਡੈਥ ਹੋਈ ਸੀ, ਮੈਂ ਇਕੱਲਾ ਬੈਠਾ ਆਪਣੇ ਘਰੇ, ਪ੍ਰੀਟੀ ਮੱਚ ਲਾਈਕ ਦੇयर ਵਾਸ ਨੋਬਡੀ देयर। ਪਹਿਲਾਂ ਤਾਂ ਮੇਰੀ ਸਿਸਟਰ ਵੀ ਸੀਗੀ, ਸੋ ਜਸ ਮੈਂ ਆਪਣੇ ਚਾਚੇ ਨਾਲ ਸੀਗਾ, ਚਾਚੀ ਜੀ ਸੀਗੇ। ਸਾਡੇ ਘਰ ਨਾ ਜੁਆਇੰਟ ਆ ਜਿੱਦਾਂ, ਜਿੱਦਾਂ ਆਪਣੇ ਹੁੰਦੇ ਆ ਘਰ ਹੈ ਨਾ। ਤੇ ਮੈਂ ਇੱਧਰਲੀ ਸਾਈਡ ਬੈਠਾ ਤੇ ਮੇਰੇ ਕੋਲ ਮੇਰਾ ਚਾਚਾ ਆਇਆ, ਮੈਨੂੰ ਹਲੇ ਵੀ ਯਾਦ ਆ। ਤੇ ਉਹ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਮੇਰੇ ਪੁੱਤਾਂ ਤੋਂ ਵੀ ਵੱਧ ਆ, ਤੇ ਮੈਂ ਵਾਅਦਾ ਕਰਦਾ ਤੇਰੇ ਨਾਲ ਵੀ ਮੈਂ ਤੇਰਾ ਖਿਆਲ ਰੱਖੂੰਗਾ, ਚਾਹੇ ਤੂੰ ਬਾਹਰ ਜਾਵੇਂ ਚਾਹੇ ਨਾ ਜਾਵੇਂ। ਤੇ ਪਰ ਤੂੰ ਵੀ ਮੇਰੇ ਨਾਲ ਵਾਅਦਾ ਕਰ ਵੀ ਕੋਈ ਪੁੱਠੇ ਕੰਮ ਨਹੀਂ ਕਰ ਰਹੇ ਹੈਗੇ, ਬਿਕਾਜ਼ ਸਾਡੇ ਤੇ ਬਲੇਮ ਆਉਣਾ ਸਾਰਾ, ਸਾਰਿਆਂ ਨੇ ਸਾਨੂੰ ਕਹਿਣਾ ਵੀ ਮੁੰਡਾ ਵਿਗੜ ਗਿਆ ਤੁਹਾਡੇ ਹੱਥਾਂ 'ਚ ਨਾ, ਪ੍ਰੀਟੀ ਮੱਚ। So I have one more surprise for you. Let's no watch way. that. Karan de Chacha Chachi. Kerala, right? Kerala. ਸਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀਗਾ। ਇਸ ਮੁੰਡੇ ਨੇ ਹੁਣ ਆ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਤਾ ਜੀ। ਪੈਰਾਂ ਦੇ ਬਣੇ ਚ ਛਣਕਾ ਕੇ ਆਈਆਂ, ਜੱਟ ਦੀਆਂ ਲੱਤੀਆਂ ਬਣਾ ਕੇ ਝਾਂਜਰਾਂ। ਪੈਰਾਂ ਦੇ ਬਣੇ ਚ ਛਣਕਾ ਕੇ ਆਈਆਂ, ਜੱਟ ਦੀਆਂ ਲੱਤੀਆਂ ਬਣਾ ਕੇ ਝਾਂਜਰਾਂ। Yes. ਕਰਨ ਦਾ ਅਸੀਂ ਨਾਮ ਹੈਗਾ ਜਸਕਰਨ ਸਿੰਘ।
ਸਾਡੇ ਲਈ ਤਾਂ ਹੁਣ ਜਸ ਕਰਨੇ ਆ ਨਾ, ਲੋਕਾਂ ਲਈ ਕਰਨ ਔਜਲਾ ਬਣ ਗਿਆ ਇਹ। ਜਾਣੀ ਬਹੁਤ ਮੰਗੇ ਪਰਮਾਤਮਾ ਤੋਂ ਦੁਆਵਾਂ ਤਾਂ ਕਰਕੇ 17 ਸਾਲ ਬਾਅਦ ਹੋਇਆ ਸੀ। ਡੈਡੀ ਇਹਦਾ ਗੁੱਡਿਆਂ ਤੇ ਜਲ ਜਾਂਦਾ ਸੀ ਚੱਕ ਕੇ, ਉਹਨੂੰ ਇੰਨਾ ਚਾਅ ਸੀ ਮੇਰੇ 17-18 ਸਾਲ ਬਾਅਦ ਬੇਟਾ ਜੰਮਿਆ ਤੇ ਬਹੁਤ ਇਹਨੂੰ ਉਹ ਕਰਦਾ ਸੀ ਇਹਦੇ ਨਾਲ ਪਿਆਰ। ਜਦੋਂ ਇਹਦੇ ਡੈਡੀ ਦੀ ਡੈਥ ਹੋਈ ਇੱਕ ਵਾਰ ਤਾਂ ਐਂ ਹੋ ਗਿਆ ਸੀ ਮਨ ਨੂੰ ਵੀ ਹੁਣ ਇਸ ਪਰਿਵਾਰ ਦਾ ਕੀ ਬਣੂਗਾ। ਜਦ ਇਹਦੀ ਉਮਰ ਸਾਰੇ 8 ਸਾਲ ਦੀ ਸੀ, ਫਿਰ ਇਹਦੀ ਜਦੋਂ ਮੰਮੀ ਬਾਹਰ ਰਹਿਣ ਲੱਗੀ ਜ਼ਿਆਦਾ ਇਹਨੂੰ ਫਿਰ ਟੈਨਸ਼ਨ ਸੀ ਬਹੁਤ ਜ਼ਿਆਦਾ ਵੀ ਇਹਦਾ ਡੈਡੀ ਨਹੀਂ ਨਾ ਬਚਿਆ, ਮੰਮੀ ਉਹ ਚੱਲ ਇਹਦੀ ਰਹਿ ਜਾਵੇ। ਜਾਣੀ ਪੂਰੀ ਬਾਹਰ ਆਈ ਗਿਆ ਸੀ। ਉਹ ਜਾਂਦਾ ਸੀ ਵੀ ਆ ਕੇ ਦੇਖਦਾ ਸੀ ਮੰਮੀ ਬਿਮਾਰ ਹੈ, ਉਹ ਤਾਂ ਦੇਖ ਨਹੀਂ ਹੁੰਦੀ ਸੀ, ਤੜਫਦੀ ਸੀ ਬਹੁਤ ਜ਼ਿਆਦਾ। ਉਹ ਮਰਦੇ ਦਮ ਤੱਕ ਮੈਨੂੰ ਇਹ ਕਹੇਗੀ ਵੀ ਮੇਰੇ ਪੁੱਤ ਦਾ ਖਿਆਲ ਰੱਖੀ, ਮੇਰੇ ਪੁੱਤ ਦਾ ਮੈਂ ਕਿਹਾ ਇਹਨੂੰ ਕੁਛ ਨਹੀਂ ਹੁੰਦਾ। ਮੰਮੀ ਜਾਣ ਤੋਂ ਬਾਅਦ ਉਹਦੀ ਡੈਥ ਤੋਂ ਬਾਅਦ ਤੇ 3 ਸਾਲ 4 ਸਾਲ ਰਿਹਾ ਫਿਰ ਸਾਡੇ ਕੋਲ, ਪਰ ਇਹਨੇ ਮੁੰਡੇ ਨੇ ਆਪਣੀ ਹਿੰਮਤ ਨਹੀਂ ਛੱਡੀ। ਬਹੁਤ ਇਹਨੇ ਕੀਤੀ ਆ ਮਿਹਨਤ, ਦਿਨ ਰਾਤ ਬੈਠਾ ਲਿਖੀ ਜਾਂਦਾ ਸੀ। ਇਹ ਕਹਿੰਦੇ ਸੀ ਰਾਤ ਨੂੰ ਕਹਿੰਦੇ ਲਿਖੀ ਜਾਂਦਾ ਕੁਛ, ਕਹਿੰਦੀ ਬੈਠਾ ਲਿਖਣੀ, ਕਹਿੰਦੀ ਕੀ ਲਿਖੀ ਜਾਂਦਾ, ਜੋ ਕੁਛ ਉਹਨੇ ਦੇਖਿਆ ਉਹਨੇ ਉਹੀ ਕੁਛ ਲਿਖਿਆ ਗਾਣਿਆਂ 'ਚ। ਮਾਂ ਬਾਪ ਦਾ ਵਿਛੋੜਾ ਚੱਲਿਆ, ਜੋ ਚੀਜ਼ਾਂ ਉਹਨੇ ਆਪਦੇ ਤੇ ਹੰਡਾਈਆਂ ਨੇ ਉਹੀ ਉਹਦੀ ਕਾਲ ਨੇ ਲਿਖੇ। ਜਦੋਂ ਮੁੰਡੇ ਆਉਂਦੇ ਨਾ ਇੱਥੇ ਸਾਡੇ ਘਰੇ ਦੇਖਣ, ਤੇ ਜਦੋਂ ਆਹ ਦੇਖਦੇ ਨੇ ਮਕਾਨ ਜਿਹਾ ਵੀ ਮੁੰਡਾ ਕਹਿੰਦੇ ਨੇ ਐਡਾ ਵਾਈਟ ਸੁਪਰਸਟਾਰ ਵੀ ਘਰ ਬੜਾ ਸਾਦਾ ਜਿਹਾ ਪਾਇਆ ਇਹਨਾਂ ਨੇ। ਕੱਲ ਸਾਨੂੰ ਦੱਸਦਾ ਹੁੰਦਾ, ਕਹਿੰਦਾ ਜਿਹੜੇ ਮੇਰੇ ਮਾਂ ਬਾਪ ਨੇ ਬਣਾਏ ਨੇ ਕਮਰੇ ਜਿੱਥੇ ਮੈਂ ਬੈਠ ਕੇ ਲਿਖਦਾ, ਉਹ ਕਹਿੰਦਾ ਮੇਰਾ ਢਾਉਣ ਨੂੰ ਨਹੀਂ ਉਹ ਜੀ ਕੀ ਕਰਨਾ। ਜਦੋਂ ਅਸੀਂ ਜਾਂਦੇ ਹਾਂ ਨਾ ਕਿਤੇ ਬਾਹਰ, ਅਗਲਾ ਪੁੱਛਦਾ ਕਿਹੜਾ ਪਿੰਡ ਆ, ਅਸੀਂ ਘਰਾੜਾ ਉਹ ਕਰਨ ਵਾਲਾ। ਜਦ ਮੈਂ ਦੱਸਦਾ ਵੀ ਮੈਂ ਚਾਚਾ ਉਹਦਾ, ਇੰਨੇ ਮੁੰਡੇ ਖੁਸ਼ ਹੁੰਦੇ ਨੇ ਇੱਕ ਦੂਜੇ ਨੂੰ ਦੱਸਦੇ ਨਾ ਚਾਚਾ ਜੀ ਜਾਂਦਾ ਕਰਨ ਲੱਗਦੇ। ਸਾਨੂੰ ਖੁਸ਼ੀ ਬਹੁਤ ਮਹਿਸੂਸ ਹੁੰਦੀ ਹੈ, ਤੂੰ ਸਾਡਾ ਨਾਮ ਦੁਨੀਆ ਤੇ ਰੋਸ਼ਨ ਕੀਤਾ ਤੇਰੇ ਤੇ ਸਾਨੂੰ ਬਹੁਤ ਜ਼ਿਆਦਾ ਮਾਣ। ਅੱਜ ਕੱਲ੍ਹ ਦੇ ਮੰਮੀ ਡੈਡੀ ਜਿੱਥੇ ਵੀ ਹੋਣਗੇ ਮਾਣ ਮਹਿਸੂਸ ਕਰਦੇ ਹੋਣਗੇ ਵੀ ਸਾਡੇ ਪੁੱਤ ਨੇ ਇੰਨਾ ਨਾਮ ਖੱਟਿਆ। जो सांझ ख्वाब देखते थे नैना। Thank you guys so much man, thank you, ਬਹੁਤ ਵਧੀਆ ਲੱਗਿਆ। ਮੈਂ ਗੱਲ ਕਹਿਣਾ ਚਾਹੁੰਦਾ ਚਾਚਾ ਚਾਚੀ ਜਾਨੋ ਤੁਸੀਂ ਆਪਣੀ ਬਸ ਫੋਰਐਵਰ, ਬਹੁਤ ਵਧੀਆ। ਤੇ ਇੰਨੀ ਘੱਟ ਉਮਰ 'ਚ ਤੁਸੀਂ ਇੰਨੇ ਸਾਰੇ ਲੋਕਾਂ ਨੂੰ ਇੰਨੀ ਖੁਸ਼ੀ ਦਿੱਤੀ ਹੈ, ਇੰਨਾ ਮਾਣ ਮਹਿਸੂਸ ਕਰਾਇਆ ਹੈ। ਹਾਊ ਡੂ ਯੂ ਫੀਲ ਅਬਾਊਟ ਦੈਟ? ਮੈਨੂੰ ਬਹੁਤ ਵਧੀਆ ਲੱਗਦਾ ਯਾਰ। ਹੁਣ ਇਹ ਤਾਂ ਇਹਦਾ ਹੀ ਆਨਸਰ ਹੈ ਵੀ ਲਾਈਕ ਆਈ actually feel proud of myself, because ਜਿਹੜੀ ਗੱਲ ਉਹ ਦੱਸ ਰਹੇ ਸੀ ਵੀ ਇੰਨਾ ਕੁਛ ਹੁੰਦਾ ਸੀਗਾ, ਪਹਿਲਾਂ ਡੈਡੀ ਦੀ ਡੈਥ ਹੋ ਗਈ, ਫਿਰ ਉਸ ਤੋਂ ਬਾਅਦ ਮਾਂ ਦੀ ਡੈਥ ਹੋ ਗਈ, ਜਮਾਂ ਹੀ ਹੌਸਲਾ ਹੀ ਟੁੱਟ ਗਿਆ ਵੀ ਹੁਣ ਕੀ ਕਰਾਂਗੇ, ਕੁਛ ਰਿਹਾ ਹੀ ਨਹੀਂ ਹੈਗਾ। ਪਰ ਉਹ ਚੀਜ਼ਾਂ 'ਚ ਵੀ ਮੈਨੂੰ ਸੱਚੀ ਨਹੀਂ ਪਤਾ ਮੈਂ ਕਿੱਦਾਂ ਨਿਕਲਿਆ ਤੇ ਕਾਮਯਾਬ ਵੀ ਕਿੱਦਾਂ ਹੋ ਗਿਆ। ਕਿ ਬਹੁਤ ਪਰੇ ਤੋਂ ਪਰੇ ਲੋਕ ਇੱਥੇ ਬੈਠੇ, ਸਾਰਿਆਂ 'ਚ ਬਹੁਤ ਜ਼ਿਆਦਾ ਟੈਲੈਂਟ ਹੈ, ਇਕੱਲੇ ਪੰਜਾਬ 'ਚ ਨਹੀਂ ਸਾਰੇ ਕਿਤੇ। ਸੋ ਮੈਂ ਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਸਮਝਦਾ। ਮੈਨੂੰ ਇਹੀ ਹੁੰਦਾ ਵੀ ਮੇਰੇ ਮਮ ਡੈਡ ਦਾ ਹੱਥ ਹੀ ਹੈ ਮੇਰੇ ਸਿਰ ਦੇ ਉੱਤੇ, ਜਿਹੜਾ ਪੀੜ 'ਚੋਂ ਨਿਕਲਣਾ ਔਖਾ ਬਹੁਤ ਹੁੰਦਾ ਜੀ, ਸੌਖਾ ਨਹੀਂ ਹੁੰਦਾ ਨਾ। ਤੇ ਇਹ ਚੀਜ਼ ਦਾ ਆਪਾਂ ਨੂੰ ਬਹੁਤ ਜ਼ਿਆਦਾ ਪਤਾ, ਤੇ ਮੈਂ ਬਸ ਬਹੁਤ ਜ਼ਿਆਦਾ ਖੁਸ਼ ਹਾਂ ਇਹਨਾਂ ਨੂੰ ਖੁਸ਼ ਦੇਖ ਕੇ। ਦਿਲ ਦੀਆਂ ਤੇ ਕਰਨ ਹੁਣ ਮੇਰਾ ਆ ਫॉर द ਰੈਪਿਡ ਫਾਇਰ ਰਾਉਂਡ। ਓਕੇ, ਜਿੱਦਾਂ ਨਇਆ ਡਾਇਰੈਕਟ ਦਿਲ ਤੋਂ ਬਹੁਤ ਸੌਖਾ ਹੈ। ਮੈਂ ਕੁਝ ਸਵਾਲ ਪੁੱਛੂੰਗੀ, ਤੁਸੀਂ ਜਲਦੀ ਜਵਾਬ ਦੇਣਾ ਹੈ। ਸ਼ਾਰਟ ਆਨਸਰਸ, 1 word ਆਨਸਰਸ, ਠੀਕ ਹੈ, ਐਂਡ ਇੰਟਰਸਟਿੰਗ ਆਨਸਰਸ। ਪਹਿਲਾ ਸਵਾਲ, ਕਰਨ 'ਚ ਇੱਕ ਇਹੋ ਜਿਹੀ ਕੁਆਲਿਟੀ ਜਿਹਨੂੰ ਸੁਣ ਕੇ ਜਾਂ ਦੇਖ ਕੇ ਲੋਕੀ ਕਹਿ ਸਕਦੇ ਆ ਕਿਆ ਬਾਤ ਹੈ, ਕਿਆ ਬਾਤ ਹੈ। ਪੋਜ਼ਿਟਿਵ ਵਾਈਬਸ। ਓਕੇ, ਬਹੁਤ ਫਰਮਾਇਸ਼ ਆ ਰਹੀ ਹੈ, ਪਲੀਜ਼ ਉਹ ਵੀ ਜੇ ਤੁਸੀਂ ਗਾ ਸਕਦੇ ਹੋ, ਕਿਆ ਬਾਤ ਹੈ। ਬਿਲਕੁਲ ਜੀ ਬਿਲਕੁਲ। ਕਿੰਨਾ ਚਿਰ ਬੇੜੀ ਨੂੰ ਚਲਾਏਗਾ, ਕਦੇ ਤਾਂ ਕਿਨਾਰੇ ਉੱਤੇ ਆਏਗਾ, ਬਾਲਾ ਵੀ ਨਾ ਮਾਣ ਕਰ ਸੋਹਣਿਆ, ਕਦੇ ਨਾ ਕਦੇ ਤਾਂ ਧੋਖਾ ਖਾਏਗਾ। ਮੰਨਿਆ ਤੂੰ ਲਿਖਣੇ ਦਾ ਸ਼ੌਂਕੀ ਸੋਹਣਿਆ, ਪਰ ਔਜਲੇ ਮੈਂ ਤੇਰੇ ਉੱਤੇ ਗਾਈ ਰਾਤ ਹੈ। ਕਿਆ ਬਾਤ ਹੈ ਵੇ ਜੱਟਾ, ਕਿਆ ਬਾਤ ਹੈ, ਕੱਲ ਦਸੀ ਕਿਹਦੇ ਨਾਲ ਬਿਤਾਈ ਰਾਤ ਹੈ। ਥੈਂਕ ਯੂ, ਥੈਂਕ ਯੂ। 1 word for your hater. I can't say it here, but you get it right. Following terms ਕਿਹੜੇ ਆਰਟਿਸਟ ਨੂੰ ਡੈਡੀਕੇਟ ਕਰੋਗੇ? King of ਭੰਗੜਾ, Jazzy B. Queen of swag, You. ਮਿੱਟੀ ਦੀ ਖੁਸ਼ਬੂ, Gurdas-Maan Saab. okay, king or queen of controversy, Rakhi Savant. social media freak, Diljit Dosanjh. okay, ਤੁਹਾਡੀ dream collaboration with any Bollywood artist? Manmohan Varis.
ਜੇ ਇਸ ਸਾਲ ਤੁਹਾਡਾ ਬਾਲੀਵੁੱਡ 'ਚ ਡੈਬਿਊ ਹੋਵੇ ਤਾਂ ਇਹਨਾਂ 'ਚੋਂ ਕਿਹੜੀ ਐਕਟਰੈਸ ਨਾਲ ਡੈਬਿਊ ਕਰੋਗੇ? ਨਿਮਰਤ ਖਹਿਰਾ, ਤਾਨਿਆ, ਸਰਗੁਣ ਮਹਿਤਾ, ਸ਼ਨਾਜ਼ ਗਿੱਲ। ਸਰਗੁਣ ਮਹਿਤਾ। ਕਿਹੜੀ ਐਕਟਰੈਸ ਦੇ ਨਾਲ ਲਿਫਟ 'ਚ ਸਟਕ ਹੋਣਾ ਚਾਹੋਗੇ? ਮੈਡੀ ਤੱਕਰ। ਓਕੇ। ਤਾਰਿਆਂ ਥੱਲੇ ਬਹਿ ਕੇ ਦਿਲ ਦੀਆਂ ਗੱਲਾਂ ਕਰਨੀਆਂ ਚਾਹੋਗੇ? ਸੌਰਵ ਬਾਜਵਾ। ਲੌਂਗ ਡਰਾਈਵ ਤੇ ਜਾਣਾ ਚਾਹੋਗੇ? ਸੌਰਵ ਬਾਜਵਾ। ਇਹ ਨਹੀਂ ਕਿ ਮੈਂ ਤੇ ਮੇਰੀ ਸਾਰਾ ਸੱਚੀ ਗੌਸਿਪ ਸੁਣਨਾ ਚਾਹੋਗੇ? ਸੌਰਵ ਬਾਜਵਾ। मेरी गॉसिप सुनना चाहोगे या मैं गॉसिप करना चाहोगे? ਤੁਸੀਂ ਕਰੋਗੇ ਨਾ। ਅੱਛਾ ਓਕੇ। ਫੋਲੋਇੰਗ ਆਰਟਿਸਟ ਨੂੰ ਉਹਨਾਂ ਦੇ ਪੈਸ਼ਨ ਆਫ ਵਰਕ ਦੇ ਬੇਸ ਤੇ 1 ਚੋਂ 10 ਚ ਰੇਟ ਕਰਨਾ। ਓਕੇ। ਜੱਸੀ ਗਿੱਲ 9.5। ਜਸ ਮਾਨਕ 2। ਮਨਿੰਦਰ ਬੁੱਟਰ 8। ਗੁਰੀ 3। ਗੁਰਨਾਮ ਭੁੱਲਰ 5। ਗੈਰੀ ਸੰਧੂ 10। ਯੈਸ ਜਾਂ ਨੋ ਚ ਜਵਾਬ ਦੇਣਾ। ਓਕੇ। ਕਦੇ ਕਿਸੇ ਫੀਮੇਲ ਆਰਟਿਸਟ ਦੀ ਆਈਡੀ ਸਟਾਕ ਕੀਤੀ? ਯੈਸ। ਕਿਹਦੀ ਕੀਤੀ? ਯੂ ਮੈਂਡੀ ਸਿਮੀ ਚਾਹੋ। ਵੈਰੀ ਓਨੈਸਟ। ਓਕੇ। ਇੱਕ ਚੀਜ਼ ਜਾਂ ਕੁਆਲਿਟੀ ਜਿਹੜੀ ਤੁਸੀਂ ਫੋਲੋਇੰਗ ਲਿਰਿਸਿਸਟ ਤੋਂ ਲੈਣਾ ਚਾਹੋਗੇ? ਜਾਨੀ। ਸ਼ਾਇਰੀ। ਸਤਿੰਦਰ ਸਰਤਾਜ। ਉਹਦਾ ਪੋਜ਼ਿਟਿਵਿਟੀ ਜਿਹੜੀ ਉਹਨਾਂ ਦੇ ਲਿਰਿਕਸ 'ਚ ਆ, ਸਿਆਣੀਆਂ ਗੱਲਾਂ। ਅੰਮ੍ਰਿਤ ਮਾਨ। ਕੁਝ ਵੀ ਨਹੀਂ। ਹੈਪੀ ਰਾਏਕੋਟੀ। by the compositions. Okay, very well done, Karan. I think it was a very good rapid fire. Thank you, thank you. ਆਪਾਂ ਜਦੋਂ ਫਿਲਮਾਂ ਦੇਖਦੇ ਆ, ਐਕਟਰਸ ਨੂੰ ਦੇਖਦੇ ਆ ਤਾਂ ਜਦੋਂ ਕੋਈ ਨਹੀਂ ਹੁੰਦਾ ਲੁਕ ਕੇ ਵੀ ਐਕਟ ਇਨ ਫਰੰਟ ਆਫ ਮਿਰਰ। ਤੁਸੀਂ ਇਦਾਂ ਕੀਤਾ ਬਚਪਨ 'ਚ? ਬਿਲਕੁਲ ਕੀਤਾ ਜੀ। ਸ਼ੀਸ਼ੇ ਮੂਰੇ ਬਹੁਤ ਡਾਇਲੌਗ ਮਾਰੇ। ਕਿਹੜੇ ਐਕਟਰ? ਪਰ ਜਦੋਂ ਬੋਲਦਾ ਹੁੰਦਾ ਇਹ ਭੁੱਲ ਜਾਂਦਾ ਹੁੰਦਾ ਸੀ ਕੀ ਆ। ਸਲਮਾਨ ਖਾਨ ਵਾਂਗੂ ਆਏ ਜੇ ਬਹੁਤ ਕੀਤਾ ਛੋਟੇ ਹੁੰਦੇ। ਅੱਛਾ, ਸਲਮਾਨ ਖਾਨ ਦੇ ਡਾਇਲੌਗਸ? ਸ਼ਾਹਰੁਖ ਖਾਨ ਵਾਂਗੂ। ਅੱਛਾ। ਤੇ ਡਾਇਲੌਗ ਤਾਂ ਮੈਨੂੰ ਨਹੀਂ ਹੈਗਾ। ਮੈਂ ਰਾਤ ਬੈਠਾ ਸੀਗਾ ਤੇ ਮੈਂ ਦੇਖਿਆ ਵੀ ਸ਼ੋਅ ਦਾ ਨਾਮ ਹੈ ਦਿਲ ਦੀਆਂ ਗੱਲਾਂ। ਤੇ ਮੈਂ ਇੱਕ ਸ਼ੇਅਰ ਲਿਖਣ ਦੀ ਟਰਾਈ ਕੀਤੀ ਸੀ ਵੀ ਕੁਝ ਵੀ। ਤੇ ਉਹ ਸ਼ੇਅਰ ਸੀਗਾ, ਕਹਿੰਦਾ ਕਿਵੇਂ ਕਰੀਏ ਗੱਲਾਂ ਦਿਲਾਂ ਦੀਆਂ, ਕਿਵੇਂ ਕਰੀਏ ਗੱਲਾਂ ਦਿਲਾਂ ਦੀਆਂ, ਸਾਡੇ ਦਿਲ ਦੀ ਥਾਂ ਤੇ ਪੱਥਰ ਨੇ, ਜਿੱਥੇ ਰਾਤ ਪਵੇ ਉੱਥੇ ਰੁਕ ਜਾਈਏ, ਫਿਰ ਚੱਲਦੇ ਸਾਡੇ ਅੱਖਰ ਨੇ, ਬੜਾ ਜ਼ੋਰ ਹਾਲਾਤਾਂ ਲਾ ਛੱਡਿਆ, ਬੜਾ ਜ਼ੋਰ ਹਾਲਾਤਾਂ ਲਾ ਛੱਡਿਆ, ਪੁੱਤ ਜੱਟ ਦਾ ਝੁਕਿਆ ਮੈਂ ਵੀ ਨਹੀਂ, ਮੈਨੂੰ ਚਾਹਣ ਵਾਲੇ ਸਭ ਚਲੇ ਗਏ, ਉਹ ਤੋਂ ਬਾਅਦ ਫਿਰ ਰੁਕਿਆ ਮੈਂ ਵੀ। ਵਾਓ, ਵੈਰੀ ਨਾਈਸ, ਵੈਰੀ ਨਾਈਸ। ਥੈਂਕ ਯੂ ਸੋ ਮਚ। ਅੱਛਾ ਕਰਨ, ਇਫ ਯੂ ਟੂ ਐਕਸਪਲੇਨ ਇਨ ਫਿਊ ਵਰਡਸ ਆਪਣੀ ਟੀਮ ਬਾਰੇ ਕੁਛ, ਉਹਨਾਂ ਦੀ ਤੁਹਾਡੇ ਲਾਈਫ 'ਚ ਇੰਪੋਰਟੈਂਸ, ਤੁਹਾਡੀ ਜਰਨੀ 'ਚ ਉਹਨਾਂ ਦਾ ਕਿੱਦਾਂ ਦਾ ਪਾਰਟ ਰਿਹਾ, ਕਿੰਨਾ ਟਰਸਟ ਕਰਦੇ ਉਹਨਾਂ ਤੇ? ਬਹੁਤ ਜ਼ਿਆਦਾ ਟਰਸਟ ਕਰਦਾ ਜੀ, ਆਪਣੇ ਤੋਂ ਵੀ ਜ਼ਿਆਦਾ। ਤੇ ਮੇਰੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜੇ ਉੱਪਰ ਮੇਰੇ ਪਿੱਛੇ ਉਹ ਲੱਗੇ ਨਾ ਮੈਨੂੰ ਉੱਪਰ ਚੱਕਣ, ਤਾਂ ਮੈਂ ਇੱਕ ਗੱਲ ਉਹਨੂੰ ਕਹੀ ਸੀ, ਬਾਈ ਨਾਲੇ ਜਾਓਗੇ ਜਿੱਥੇ ਜਾਓਗੇ, ਲੈ ਕੇ ਜਾਊਂਗਾ, ਜ਼ਬਾਨ ਹੈ ਬਾਈ, ਇੱਦਾਂ ਨਹੀਂ ਵੀ ਕੱਲਾ ਨਹੀਂ ਵੀ ਨਿਕਲ ਕੇ ਜੇ ਮੇਰਾ ਸੂਤ ਆ ਗਿਆ ਤਾਂ ਲੰਘ ਜਾਊਂਗਾ। ਬਾਬਾ ਸੁੱਖ ਰੱਖੇ, ਸਾਰੇ ਭਰਾ ਨਾਲ ਖੜੇ ਨੇ ਮੇਰੇ ਮਾੜੇ ਟਾਈਮ ਤੇ, ਮੇਰੇ ਚੰਗੇ ਟਾਈਮ ਵੀ ਮੇਰੇ ਨਾਲ ਹੋਣਗੇ। ਤੇ ਇੱਕ ਹੋਰ ਜੋ ਇੱਥੇ ਨਹੀਂ ਆ ਪਾਏ ਬਟ ਹੀ ਹੈਜ਼ ਅ ਵੈਰੀ ਨਾਈਸ ਮੈਸੇਜ ਫॉर ਯੂ, ਲੈਟਸ ਵਾਚ दैट। ਓਕੇ। ਸੰਦੀਪ ਦੇਹਾਨ। ਕਰਨ ਵੀਰ ਦਾ ਪਹਿਲਾ ਗਾਣਾ ਬਲੈਕ ਮਨੀ ਸੀਗਾ ਤੇ ਉਹ ਅਸੀਂ ਕੀਤਾ ਸੀ ਰਲ ਕੇ, ਬਸ ਉਹ ਦਿਨ ਤੋਂ ਬਾਅਦ ਵੀਰੇ ਇਕੱਠੇ ਹੀ ਆ ਤੇ ਸ਼ੋਅ ਲਾਉਣ ਗਏ ਸੀਗੇ ਮੈਂ ਤਾਂ ਵੀਰਾ। ਸਾਡਾ ਉੱਥੇ ਸ਼ੋਅ ਵੀ ਨਹੀਂ ਹੋਇਆ ਸੀ ਨਾ, ਅਸੀਂ ਦੋਵੇਂ ਇੱਕ ਦੂਜੇ ਦੇ ਸਾਈਡ ਜੇ ਜਿੱਦਾਂ ਹੋ ਗਏ ਵੀ ਯਾਰ ਸਾਡਾ ਸ਼ੋਅ ਵੀ ਨਹੀਂ ਲੱਗਾ ਸੀ ਐ, ਨਾ ਮੈਂ ਇਹਨੂੰ ਕੁਝ ਕਹਾਂ ਨਾ ਇਹ ਮੈਨੂੰ ਕੁਝ ਕਵੇ, ਹਨਾ। ਨਿਊਯਾਰਕ ਤੋਂ ਬੈਕ ਹੋਣੇ ਸੀ ਪਲੇਨ ਦੇ ਵਿੱਚ, ਤੇ ਮੈਨੂੰ ਇਹਨੇ ਇੱਕ ਇੰਨੀ ਗੱਲ ਕਹੀ, ਕਹਿੰਦਾ ਸੰਦੀਪ ਵੀਰੇ ਅੱਜ ਤੋਂ ਬਾਅਦ ਆਪਾਂ ਪਲੇਨ 'ਚ ਹੀ ਆ। ਉਹ ਬਸ ਐਵੋ ਮਹਾਰਾਜ ਨੇ ਕੀਤਾ ਸੁਣਿਆ ਸਾਡਾ ਨਾ, ਮਤਲਬ ਉਸ ਤੋਂ ਬਾਅਦ ਪਲੇਨ 'ਚ ਹੀ ਰਹੇ। ਬਹੁਤ ਵੀਰੇ ਨੇ ਸਟਰਗਲ ਕੀਤੀ ਹੈ, ਇਹਨੇ ਵੀ ਵੀਰਾ ਰਾਤੋਂ ਰਾਤ ਸਟਾਰ ਬਣ ਗਿਆ। ਜਿੱਦਾਂ ਕੋਈ ਪੁਰਾਣੇ ਮੇਰੇ ਫਰੈਂਡ ਹੀ ਆ ਗਿਆ ਜਾਂ ਕੋਈ ਉੱਦਾਂ ਆ ਗਿਆ, ਕੋਈ ਬੰਦਾ ਮਿਲਣ ਆ ਗਿਆ, ਵੀਰੇ ਵਾਲੀ ਸਟਾਰ ਵਾਲੀ ਤਾਂ ਗੱਲ ਹੀ ਹੈ ਨਹੀਂ। ਜਿਹੜਾ ਉਹਨੂੰ ਮਿਲ ਕੇ ਆਉਂਦਾ ਉਹ ਤਾਂ ਇੱਕ ਵਾਰੀ ਐਂ ਕਹੂਗਾ ਯਾਰ ਇਹਨੂੰ ਐਂ ਲੱਗਦਾ ਵੀ ਮੈਂ ਪਤਾ ਨਹੀਂ ਕਦੋਂ ਤੋਂ ਜਾਣਦਾ, ਲਾਈਕ ਏਦਾਂ ਦਾ ਵੀਰੇ ਦਾ ਸੁਭਾਅ ਆ। ਵੀਰੇ ਕਰਕੇ ਵੀ ਮੈਨੂੰ ਨਾਮ ਮਿਲਿਆ, ਉਦੋਂ ਚੀਜ਼ ਤੁਹਾਨੂੰ ਬਹੁਤ ਵਧੀਆ ਖੁਸ਼ੀ ਹੁੰਦੀ। ਨੂੰ ਘਰ ਦੇ ਕਿਤੇ ਜਾਂਦੇ ਆ ਤੇ ਲਾਸਟ ਨੇਮ ਦੇ ਉੱਤੇ ਜਦੋਂ ਕਹਿੰਦੇ ਵੀ ਤੁਸੀਂ ਹਰਿਆਣਾ ਰੈਕਡ ਵਾਲਿਆਂ ਦੇ, ਤੇ ਉਦੋਂ ਘਰ ਦੇ ਕਹਿੰਦੇ ਵੀ ਹਾਂਜੀ ਸਾਡੇ ਮੁੰਡੇ ਆ ਕਰਨ ਤੇ ਤੁਸੀਂ, ਉਦੋਂ ਆਪਣਾ ਦੇ ਪ੍ਰਾਊਡ ਤੁਹਾਨੂੰ ਹੁੰਦਾ ਵੀ ਹਾਂ ਵੀ ਤੁਸੀਂ ਕੁਝ ਵਧੀਆ ਕਰਦੇ ਆ। ਵਾਹਿਗੁਰੂ ਏਦਾਂ ਹੀ ਸਾਡਾ ਪਿਆਰ ਬਣਾਈ ਰੱਖੇ। ਤੇ ਵੀਰੇ ਮਿਸਟਰ ਸੰਦੀਪ ਰੇਹਾਨ, ਥੈਂਕ ਯੂ ਬ੍ਰਦਰ ਮੈਨ। ਮੈਂ ਤਾਂ ਹੈਰਾਨ ਹਾਂ ਬਾਈ, ਇੰਨਾ ਕੁਝ ਬੋਲ ਕੇ ਵੀ ਗਿਆ, ਉਹ ਤਾਂ ਜਮਾਂ ਹੀ ਸੰਗਦਾ ਕੈਮਰੇ ਤੋਂ। ਅੱਛਾ, ਹਾਂਜੀ ਹਾਂਜੀ, ਉਹ ਤਾਂ ਬੋਲਦੇ ਨਹੀਂ, ਬਹੁਤ ਕੰਫਰਟੇਬਲ ਲੱਗ ਰਿਹਾ। ਹੋਰ ਕੀ, ਮੈਂ ਕਿਹਾ ਕੀ ਬਾਤ ਹੈ ਯਾਰ, ਮੈਂ ਬਹੁਤ ਵਧੀਆ। ਅੱਛਾ ਕਰਨ, ਹੁਣ ਟਾਈਮ ਆ ਸਾਡੇ ਸ਼ੋਅ ਦੇ ਫਾਈਨਲ ਰਾਉਂਡ ਦਾ। ਓਕੇ। ਐਂਡ ਉਹਦੇ 'ਚ ਮੈਂ ਤੁਹਾਡੇ ਨਾਲ ਕੰਪੀਟ ਕਰੂੰਗੀ। ਓਕੇ। ਉਹਦਾ ਨਾਂ ਆ ਤੈਨੂੰ ਫਸਾਵਾਂ। ਓਕੇ ਓਕੇ। ਹੁਣ
ਹੁਣ ਆਪਾਂ ਸ਼ੁਰੂ ਕਰ ਰਹੇ ਆ ਤੈਨੂੰ ਫਸਾਵਾਂ। ਓਕੇ ਬਹੁਤ ਸੌਖਾ ਜਿਹਾ ਗੇਮ ਆ। ਹਾਂਜੀ। ਸੋ ਦੋਨੇ ਸਾਈਡਸ ਕੱਪ ਪਏ ਆ। ਬੋਥ ਆਫ ਅਸ ਵਿਲ ਟਰਾਈ ਕਿ ਬਾਲ ਟਾਸ ਕਰਕੇ ਕੱਪ 'ਚ ਪਾਉਣੀ ਆ ਤੇ ਜਿਹਦੇ ਸਾਈਡ ਤੇ ਕੱਪ 'ਚ ਜਾ ਕੇ ਪਾਉਗੀ ਉਹਨੂੰ ਇੱਕ ਡੇਰ ਮਿਲੂਗੀ, ਉਹਨੂੰ ਉਹ ਕਰਨੀ ਪੈਣੀ ਹੈ। ਐਂਡ ਬਾਈ ਦ ਐਂਡ ਆਫ ਦ ਗੇਮ ਜਿਹਦੀ ਵੀ ਸਾਈਡ ਦੇ ਕੱਪਸ 'ਚ ਜ਼ਿਆਦਾ ਬਾਲਸ ਹੋਣਗੀਆਂ ਉਹ ਹਾਰੂਗਾ and the other side will be the winner, and if you win you'll get this beautiful hamper. Okay, ready? ओए ये कितना हो गया? ਉਹਦੇ ਚ ਵੀ ਕੀ ਕਰਦੀ ਹੈ ਯਾਰ? नहीं What is happening today? आजो you gone. Oh my goodness. ਕੀ ਕਰਨਾ ਪਸੰਦ ਕਰੋਗੇ? Well, first let me check. ਚਲੋ ਕੁੰਡ ਕੱਢੋ ਪਹਿਲਾਂ ਥੋੜਾ ਜਿਹਾ ਪਲੀਜ਼। ਤੁਸੀਂ ਬੋਲਣਾ ਹੈ ਜੀ ਗਿੱਲੀ ਲੀ ਰੂੜੀ ਵਿੱਚ ਰੋੜਦੀ ਰੋੜਨੀ ਲੀਰੇ ਰੋੜ ਰੋੜ ਰੋਲ। ਪੰਜ ਨਹੀਂ ਬੋਲਣਾ ਤੁਸੀਂ। ਗਿੱਲੀ ਲੀਰ ਰੂੜੀ ਵਿੱਚ ਰੋਲਦੀ ਰੋਲਨੀ ਲੀਰੇ ਰੋਲ ਰੋਲ ਰੋਲ। ਗਿੱਲੀ ਲੀਰ ਰੂੜੀ ਵਿੱਚ ਰੋਲਦੀ ਰੋਲਨੀ ਲੀਰੇ ਰੋਲ ਰੋਲ ਰੋਲ। ਗਿੱਲੀ ਲੀਰ ਰੂੜੀ ਵਿੱਚ ਰੋਲਦੀ ਰੋਲਨੀ ਲੀਰੇ ਰੋਲ ਰੋਲ ਰੋਲ। ਗਿੱਲੀ ਲੀਰ ਰੂੜੀ ਵਿੱਚ ਰੋਲਦੀ ਰੋਲਨੀ ਲੀਰੇ ਰੋਲ ਰੋਲ ਰੋਲ। ਕੀ ਬਾਤ ਹੈ, ਇੱਕ ਨਹੀਂ ਰਹਿ ਗਈ ਜੀ। ਗਿੱਲੀ ਲੀਰ ਰੂੜੀ ਵਿੱਚ ਰੋਲਦੀ ਰੋਲਨੀ ਲੀਰੇ ਰੋਲ ਰੋਲ ਰੋਲ। ਗੁੱਡ ਜੌਬ ਬਈ, ਤਾੜੀਆਂ। ਵੈਰੀ ਨਾਈਸ। ओए बाबे बच गया। Oh my goodness। आ जाइए जी। Thank God। ਕਰਨ ਤੁਹਾਨੂੰ ਰੋਟੀ ਮਿਲਣੀ ਪੈਣੀ ਆ। ਸਮਝ ਨਹੀਂ ਆਉਂਦੀ, ਮੈਂ ਕਰ ਦੂੰਗਾ ਟਰਾਈ। ਹਾਂ ਤੇ ਗਾਣਾ ਵੀ ਗਾਣਾ ਪੈਣਾ ਨਾਲ ਨਾਲ। ਓਕੇ। ਪਾਪੀਆਂ ਦੇ ਲਹਿ ਨਾ ਡਰੀਮ ਬੱਲੀਏ, ਖਾਂਦੇ ਉੱਠ ਤੜਕੇ ਨੇ ਫੀਮ ਬੱਲੀਏ। ਤੂੰ ਕੱਲਾ ਕਹਿਰਾ ਬੰਦਾ ਫਿਰੇ ਭਾਲਦੀ ਤੇ ਮੇਰੇ ਨਾਲ ਗੁੰਡਿਆਂ ਦੀ ਟੀਮ ਬੱਲੀਏ। ਤੈਨੂੰ ਕਿੱਥੋਂ ਹੈਪੀ ਦੱਸ ਜੱਟ ਰੱਖ ਲੂ, ਮੈਂ ਤਾਂ ਆਪ ਕੱਦਾ ਘਰੋਂ ਬਾਹਰ ਹੋ ਗਿਆ। ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਬੈਲੀ ਦੇ, ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ। But not bad actually. For the first time, it's good clapping everybody. Thank you guys. Thank you. Okay. ਉਹ ਤਾਂ ਹੋ ਹੀ ਜਾ ਰਿਹਾ ਹੈ। ਓ ਯਾਰ ਓਕੇ, ਤੁਹਾਨੂੰ ਸਲਮਾਨ ਖਾਨ ਦੇ ਗਾਣੇ ਤੇ ਸਲਮਾਨ ਖਾਨ ਬਣ ਕੇ ਡਾਂਸ ਕਰਨਾ ਪੈਣਾ। ਤੌਲੀਆ ਲੱਗ ਦੋ ਯਾਰ। जीने के 4 दिन बाकी है बेकार दिन। जाए 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 एक बार जो चढ़े जवानी फिर ना आए, जवानी फिर ना आए। यार ਓਏ ਯਾਰ ਐ ਥੋੜੀ ਹੁੰਦਾ ਯਾਰ, ਰੋਂਡੀ ਹੈ। ਤੁਹਾਨੂੰ ਉਹ ਗੁਲਾਬ ਜਾਮੁਨ ਮੂੰਹ 'ਚ ਰੱਖ ਕੇ ਗਾਣਾ ਗਾਣਾ। क्या सुर है? एक एक शब्द सब समझ आ रहा है ਮੈਨੂੰ। Just doesn't go away, वाहिगुरु माफ का गुरुद्वारा साहब जाऊंगा आज, जाऊंगा सच्ची जाऊंगा सोने साहब। सौ लगे सच्ची जाऊंगा। ओके, नहीं ਤੁਹਾਨੂੰ ਇੱਕ ਸੀਨ ਪਰਫਾਰਮ ਕਰਨਾ ਪੈਣਾ। I'll be your supporting actor. ओके। हाँ, सीन ਇਹ ਹੈਗਾ ਗੱਬਰ को बसंती ने किडनैप किया है। ओके। ਹੁਣ ਤੁਸੀਂ ਮੈਨੂੰ ਕਨਵਿੰਸ ਕਰਨਾ ਆ ਕਿ ਮੈਂ ਤੁਹਾਨੂੰ ਛੱਡ ਦਵਾਂ। ਦੇਖੋ ਜੀ ਬਸੰਤੀ ਜੀ, ਗੱਲ ਇਹ ਤਾਂ ਬਹੁਤ ਠੇਕੇ ਲਏ ਹੋਏ ਨੇ ਚੱਕਰ ਚੁੱਕਰ ਚਲਾਉਣ ਦੇ। ਹਾਂ ਥੋੜਾ ਚਲੇ ਜਾਣ ਦੋ, ਅੱਜ ਕੱਲ ਨੂੰ ਆਉਂਗਾ ਮੈਂ ਪੂਰਾ ਤੁਹਾਡੇ ਲਈ ਬੰਦੋਬਸਤ ਕਰਕੇ ਨਾ, ਮੁਰਗਾ ਬਣਾਵਾਂਗੇ। ਨਹੀਂ ਮੈਂ ਵੈਜੀਟੇਰੀਅਨ ਹਾਂ, ਸੌਰੀ। ਪਨੀਰ ਬਣਾ ਦਾਂਗੇ, ਸੋਇਆ ਚਾਪ ਖਾਤੇ ਹੋ? ਵੀਗਨ, ਮੈਨੂੰ ਪਨੀਰ ਤੋਂ ਆ ਦੁੱਧ ਦੀ ਚੀਜ਼ਾਂ ਤੋਂ ਥੋੜੀ ਐਲਰਜੀ ਆ। ਦਾਲ ਬਣਾ ਦੀ ਤੜਕੇ ਵਾਲੀ, ਫੇਵਰਿਟ। ਮੈਂ
ਜ਼ਿਆਦਾਤਰ ਡਾਈਟ ਤੇ ਰਹਿਣਾ ਪਸੰਦ ਕਰਦੀ ਆ, ਹੋਰ ਕੀ ਕਰ ਸਕਦੇ? ਹੋਰ ਤਾਂ ਹੁਣ ਫਿਰ ਕੱਲ ਨੂੰ ਫਿਰ ਥੋੜਾ ਰੰਗ ਪ੍ਰੋਗਰਾਮ ਲਾਵਾਂਗੇ, ਨੱਚ ਕੇ ਦਿਖਾ ਦਾਂਗੇ। ਪਰ ਹੁਣ ਮਹਿਬੂਬਾ ਤੇ ਡਾਂਸ ਕਰਕੇ ਦਿਖਾਓ। ਹੁਣ ਤਾਂ ਨਹੀਂ ਹੋਣਾ, ਕੱਲ ਆਵਾਂਗੇ ਜੀ, ਕੱਲ ਆਵਾਂਗੇ। ਇਹ ਮੈਨੂੰ ਬਣਾਉਣ ਵਾਲਾ ਲੱਗ ਨਹੀਂ ਰਿਹਾ। ਚਿੱਲੇ ਚੱਪਟੇ ਬਹੁਤ ਬੈਠੇ ਆਪਣੇ ਸਾਰੇ, ਥੋੜਾ ਜਿਹਾ ਕੌਣ ਆਦੇ ਸਾਰੇ ਪੱਥਰ ਆ ਇੱਥੇ, ਕਿਹੜੇ ਚਿੱਲੇ ਚ ਪੱਟੇ ਰਹੇ? ਆਪਣੇ ਕਾਲੀ ਉਹ ਨਹੀਂ ਬੈਠੇ, ਦੇਖੋ ਕਾਲੀ ਅੱਖਾਂ ਗੱਡੀਆਂ ਦਾ। ਕਾਲੀ ਤਾਂ ਸੁੱਤਾ ਪਿਆ। ਕਾਲੀ ਜੀ ਉਠੋ, ਬੇਇੱਜ਼ਤੀ ਹੋ ਜਾਣੀ ਹੈ। ਤੁਸੀਂ ਨੱਚੋਗੇ ਫਿਰ ਮੈਂ ਕਨਵਿੰਸ ਹੋ ਜੂਗੀ। नच्चो पकड़े होगा। हाँ। जब तक तुम्हारे पाँव चलेंगे तब तक तुम्हारी सांसें चलेंगी। I am clearly the winner of this round. But फिर भी Karan, I think you were so sweet. Thank you. मैं hamper थोड़ा ही देना चाहूँगी. Oh my God, thank you so much. And Karan, thank you so much for coming and talking to us. ਸਾਡੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ thank you. ਔਰ ਜਾਣ ਤੋਂ ਪਹਿਲਾਂ ਬਸ ਅਸੀਂ ਇਹ ਚਾਹਾਂਗੇ ਕਿ ਤੁਸੀਂ ਤੁਹਾਡੇ ਫੋਟੋਗ੍ਰਾਫ ਤੇ ਸਾਡੇ ਲਈ ਇੱਕ ਸਿਗਨੇਚਰ ਕਰਕੇ ਜਾਓ as a memory. 100%. Yes. ਦਿਲ ਦੀਆਂ ਗੱਲਾਂ ਦਿਲ ਚ ਰਜਾਣੀਆਂ, ਦਿਲ ਤੋਂ ਜ਼ੁਬਾਨ ਤੱਕ ਲੈ ਆਵਾਂਗੇ। ਦਿਲ ਦੀਆਂ ਗੱਲਾਂ। ਕਰਨ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਵਾਉਣਾ ਚਾਹੂੰਗੀ ਇੱਕ ਐਸੇ ਬੰਦੇ ਨੂੰ ਜਿਨਨੇ ਆਈ ਥਿੰਕ ਕੱਲਿਆਂ ਨੇ ਤੁਹਾਡੇ ਗਾਣੇ ਦੇ ਆਈ ਡੋਨਟ ਨੋ ਆਪੇ ਕਿੰਨੇ ਮਿਲੀਅਨ ਵਿਊਜ਼ ਦੇਖ ਲੈ ਕੇ ਸੁਣ ਕੇ ਕਰ ਲਿਆ। ਸੋ ਪਲੀਜ਼ ਆਈ ਵੁਡ ਲਾਈਕ ਟੂ ਕਾਲ ਅਪਨ ਸਟੇਜ ਆਰ ਫਰੈਂਡ ਨਿਖਿਲ। और ਤੁਸੀਂ ਦੋਨੇ ਇੱਕ ਦੂਜੇ ਨੂੰ ਜਾਣਦੇ ਹੋ। ਬਿਲਕੁਲ ਜੀ। ਨਿਖਿਲ ਹੁਣ ਤੁਹਾਨੂੰ ਪਰਫਾਰਮ ਵੀ ਕਰਨਾ ਪੈਣਾ ਕਰਨ ਦੇ ਗਾਣੇ ਤੇ। ਬਿਲਕੁਲ ਪਲੀਜ਼ ਨੱਚੋਗੇ ਨਾ? ਕਰਨਵੀਰ ਨੂੰ ਆਪਾਂ 2014 ਤੋਂ ਅਸੀਂ ਇਕੱਠੇ ਆਂ ਐਂਡ ਮੈਂ ਬਹੁਤ ਜ਼ਿਆਦਾ ਪ੍ਰਾਊਡ ਹੈ ਕਿ ਇਹ ਬੰਦੇ ਨੇ ਇੰਨੀ ਤਰੱਕੀ ਕੀਤੀ ਹੈ। ਬਾਬਾ ਜੀ ਹਮੇਸ਼ਾ ਹੋਰ ਮਿਹਰ ਕਰੇ। ਥੈਂਕ ਯੂ। ਸਿੰਗੀ ਦੇ ਨਾਲ ਬਿਤਾਈ ਰਾਤ ਹੈ, ਕਿਆ ਬਾਤ ਹੈ ਵੇ ਚੰਟਾ ਕਿਆ ਬਾਤ ਹੈ। ਕੱਲ ਦਸੀ ਕੀ ਦੇ ਨਾਲ ਬਿਤਾਈ ਰਾਤ ਹੈ, ਪੱਕਾ ਉਹਦੀਆਂ ਵੀ ਤਾਰੇ ਗਿਣੇ ਹੋਣਗੇ। ਕਿਆ ਬਾਤ ਹੈ ਕਿਆ ਬਾਤ ਹੈ, ਬਾਜੂ ਨੇ ਹੰਝੂ ਖਾਰੇ ਗਿਣੇ ਹੋਣਗੇ। ਕਿਆ ਬਾਤ ਹੈ ਕਿਆ ਬਾਤ ਹੈ, ਉਹਨੂੰ ਵੀ ਨੀ ਮੇਰੇ ਵਾਂਗ ਦੱਸਿਆ ਹੋਣਾ ਕਿ ਗੱਲ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਹੈ। ਕਿਆ ਬਾਤ ਹੈ ਵੇ ਚੰਟਾ ਕਿਆ ਬਾਤ ਹੈ, ਕੱਲ ਦਸੀ ਕੀ ਦੇ ਨਾਲ ਬਿਤਾਈ ਰਾਤ ਹੈ। ਕਿਆ ਬਾਤ ਹੈ ਵੇ ਚੰਟਾ ਕਿਆ ਬਾਤ ਹੈ। ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਬਟ ਜਾਣਾ ਤਾਂ ਪੈਣਾ ਹੈ। ਪਰ ਆਪਾਂ ਜਲਦੀ ਦੁਬਾਰਾ ਮਿਲਾਂਗੇ ਸਾਡੇ ਅਗਲੇ ਐਪੀਸੋਡ 'ਚ। ਤਦ ਤੱਕ ਟੇਕ ਕੇਅਰ ਐਂਡ ਕੀਪ ਵਾਚਿੰਗ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ। Wow. I'm so happy कि मैंने ये शो देखा because करण औजला के मैंने काफ़ी सारे सॉन्ग्स पे रिएक्शंस किए हैं, लेकिन मैंने कभी उनका इंटरव्यू नहीं सुना था। मैंने उन्हें कभी बात करते हुए नहीं सुना था। मैंने करण औजला के अलावा सिद्धू मूसेवाला सर के भी काफ़ी सारे गाने सुने हैं, वो भी मुझे बहुत पसंद है। उनके इंटरव्यूज़ मैंने फिर भी देखे हैं बट मैंने करण का इंटरव्यू कभी भी सुना नहीं था। तो उनको लाइव बात करते देख is a totally different feeling, different experience, because songs में वो एक swag, वो attitude रहता है with the lyrics and all, but जब मैं उन्हें actual बात करते हुए शो में देख रही थी, I was first of all I've become a fan of his eyes. इनकी आँखें, there is so much of innocence in his eyes. In the entire show, like I was just looking at his eyes कि कितना मतलब सच्चापन एंड इनोसेंस था आंखों में, एंड लग ही रहा था like that he start crying and that he cry in this show, and mid of the show जब उनकी sisters and all आती हैं and when they are talking about the good old days and the struggles which they faced in the life, and and the way Karan ने सबको प्राउड फील करवाया एंड सबका ख्याल रखते हैं एंड किस तरीके से उनकी बहनें उनका ख्याल रखती हैं एंड दे आर विद ईच अदर, द एंटायर फैमिली इज टुगेदर,
तो रियली मतलब उनकी आंखें बोलती हैं, यू नो, जैसे करण कह रहे थे कि मैं ज्यादा एक्सप्रेस नहीं करता हूँ, बट यू नो वो गलत है। करण शब्दों में शायद बोलने में बहुत ज्यादा एक्सप्रेसिव नहीं रहे होंगे, पर वो अपने लिखने में डेफिनेटली बहुत एक्सप्रेसिव है, पर उनकी आंखें बोलती हैं, सबसे बड़ी बात ये है। यू नो, हिज आईज आर रियली एक्सप्रेसिव, देयर इज ट्रूथ इन हिज आईज एंड आई रियली लव्ड इट। एंड उन्होंने जो रैपिड फायर में या किसी क्वेश्चन राउंड में उन्होंने बोला कि उनको उनके दांत नहीं पसंद है, एंड यू नो, बट उनके दांत सच में बहुत क्यूट है। जब उन्होंने बोला उनको उनके दांत नहीं पसंद, तो आई वाज थिंकिंग कि ऐसा क्यों बोल रहे हैं, दांत दिख नहीं रहे थे उन्होंने। आई थिंक वो शायद बहुत कंट्रोल्ड बात करते हैं इसीलिए, बिकॉज उनको उनके दांत नहीं पसंद है। ज्यादा ऐसे एकदम से हंसते नहीं है, बट बीच में कहीं when he actually smiled and he laughed, तो उनके दांत दिखे, एंड मैंने पॉइंट आउट भी किया वीडियो में, देखिए उनके दांत दिख रहे हैं और वो तो ऐसे टेढ़े मेढ़े एंड क्यूट से हैं, एंड बहुत क्यूट है यार। करण औजला, आपके दांत, आप कैसे ऐसे कह रहे हो दांत नहीं पसंद है? तो इट्स ही इज परफेक्ट, यू आर परफेक्ट, ही इज रियली नाइस, लाइक हैट्स ऑफ टू हिम कि इतनी लाइफ में इससे बड़ी ट्रेजेडी किसी के साथ नहीं हो सकती है, जिसके पेरेंट्स का हाथ उनके सर से अगर किसी बच्चे के सर से उठ जाए, इससे बड़ी ट्रेजेडी किसी के साथ हो ही नहीं सकती है। तो यू नो, जिस मुकाम को उन्होंने हासिल किया है, हैट्स ऑफ टू हिम। एंड ये मुकाम हासिल करने के बाद जिस तरीके से वो बात करते हैं, जितने डाउन टू अर्थ वो हैं, यू नो, कहीं भी नॉट इवन जरा सा भी ऐसा नहीं लगता कि यू नो एक प्राउड फीलिंग है या एक ईगो है, यू नो, दैट आई एम दिस दैट। गानों में स्वैग नजर आता है, एंड कुछ लोग शायद यू नो जो करण को पर्सनली नहीं जानते होंगे या उनको बात करते उन्होंने नहीं देखा होगा, तो कुछ लोग कह सकते हैं शायद, यू नो, एज अ सिंगर देख के कि मे बी यू नो एक एटीट्यूड होगा या एक स्वैग होगा, बट नहीं, यू नो, you should see this, everyone should see this video which talks about Karan's life, and it's amazing, like he is amazing and this show is amazing. I really loved it. मैंने ये पहला एपिसोड देखा है दिल दिया गल्ला का, मैं इसके और भी काफ़ी सारे एपिसोड्स देखूंगी एंड रिएक्ट करूंगी, बिकॉज आई ट्रूली एंजॉयड दिस एपिसोड ऑफ करण औजला. Okay guys, do support my channel, I would like to say that, and please subscribe कीजिए and bell icon hit करना मत भूलिए, and yes, keep supporting guys. Okay, bye.